ਅਸੀਂ ਕਰੋਨਾ ਮਹਾਮਾਰੀ ਦੇ ਦੌਰ ਚੋਂ ਨਿਕਲੇ ਆਂ। ਇਹ ਸਾਲ ਦੌਰਾਨ ਜਿਹੜਾ ਕਿਉਂ ਨਹੀਂ ਅਸੀਂ ਢੁਕਵੇਂ ਪ੍ਰਬੰਧ ਕਰ ਸਕੇ ਕਿ ਸਾਨੂੰ ਹੁਣ ਲਾਕਡਾਊਨ ਦੀ ਜ਼ਰੂਰਤ ਪੈ ਰਹੀ ਹੈ। ਅੱਜ ਵੀ ਆਕਸੀਜਨ ਜਿਹੜੇ ਵੈਂਟੀਲੇਟਰ ਹੈਗੇ ਆ ਉਹ ਹਸਪੀਟਲਸ ਦੇ ਵਿੱਚ ਹੈਗੇ ਨੇ ਪੰਜਾਬ ਦੇ ਵਿੱਚ, ਦੂਜੀ ਜਗ੍ਹਾ ਵੀ ਹੈਗੇ ਨੇ ਵੈਂਟੀਲੇਟਰ, ਪਰ ਉਹਦਾ ਆਪਰੇਟਰ ਕੋਈ ਨਹੀਂ ਹੈਗਾ। ਤੇ ਸਾਲ ਭਰ ਅਸੀਂ ਕੀ ਕੀਤਾ ਇਸ ਬਿਮਾਰੀ ਦੇ ਟਾਕਰੇ ਲਈ? ਅੱਜ ਉੱਥੇ ਹੀ ਆ ਕੇ ਖੜੇ ਆਂ ਜਿੱਥੇ ਸਾਲ ਸਵਾ ਸਾਲ ਪਹਿਲਾਂ ਅਸੀਂ ਲਾਕਡਾਊਨ ਦੀ ਚਰਚਾ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤੀ ਸੀ। ਮੈਨੂੰ ਕਿਸੇ ਸੂਬੇ 'ਚ ਕਿਸੇ ਕੇਂਦਰ ਵੱਲੋਂ ਕੋਈ ਤਿਆਰੀ ਐਸੀ ਨਹੀਂ ਦਿਖੀ ਜਿਹੜੀ ਇਹਨਾਂ ਨੇ ਤਿਆਰੀ ਕਰੀ ਹੋਵੇ ਕਿ ਜੇ ਸਾਡੇ ਕੋਲ ਮਰੀਜ਼ ਆ ਜਾਣ ਤਾਂ ਅਸੀਂ ਕਰਾਂਗੇ। ਚਾਹੇ ਉਹ ਆਕਸੀਜਨ ਪਾਉਣ ਦੀ ਗੱਲ ਹੋਵੇ, ਚਾਹੇ ਉਹ ਇਹਨਾਂ ਦੀਆਂ ਦਵਾਈਆਂ ਰੱਖਣ ਦੀ ਗੱਲ ਹੋਵੇ। ਪੰਜਾਬ ਦੇ ਵਿੱਚ 1 ਕਰੋੜ ਤੇ 38 ਲੱਖ ਦੀ ਆਬਾਦੀ ਹੈ। ਅੱਜ ਦਾ ਬਿਆਨ ਹੈ ਮੁੱਖ ਮੰਤਰੀ ਦਾ ਕਿ ਸਾਡੇ ਕੋਲ 3,30,000 ਡੋਜ਼ ਆਈਆਂ ਨੇ 18 ਤੋਂ 45 ਵਾਸਤੇ। ਉਹਦੇ ਵਿੱਚ ਅਸੀਂ ਜਿਹੜੇ ਕੋਮਾਰਬਿਡਿਟੀ ਵਾਲੇ ਨੇ ਉਹਨਾਂ ਨੂੰ ਪਹਿਲਾਂ ਲਾਵਾਂਗੇ। ਜਦ ਕਰੋਨਾ ਦੀ ਸਭ ਤੋਂ ਵੱਡੀ ਗਲਤੀ ਕੀ ਹੋਈ ਹੈ, ਅਸੀਂ ਨਾ ਤਾਂ ਕੇਂਦਰ ਨੇ ਉਹਨੂੰ ਵਿਗਿਆਨਕ ਤੌਰ ਤੇ ਹੈਂਡਲ ਕਰਿਆ ਤੇ ਨਾ ਹੀ ਉਹਨੇ ਸਾਰੀ ਪਾਵਰ ਆਪਦੇ ਕੋਲ ਇਕੱਠੀ ਕਰ ਲਈ ਤੇ ਉਹਨੇ ਪੁਲਿਸ ਦਾ ਇੱਕ ਹੁਕਮ ਚਲਾ ਕੇ ਹੈਂਡਲ ਕਰਨ ਦੀ ਕੋਸ਼ਿਸ਼ ਕਰੀ। ਉਹ ਵੀ ਇੱਕ ਬੜੀ ਵੱਡੀ ਗਲਤੀ ਹੈ। ਇਹ ਜਿਹੜੀ ਤਾਲਮੇਲ ਦੀ ਘਾਟ ਹੈ ਬਹੁਤ ਵੱਡੀ ਪੱਧਰ ਤੇ ਰਹਿੰਦੇ ਸਮੇਂ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ, ਜਿਹਦੇ ਕਰਕੇ ਅੱਜ ਖਮਿਆਜਾ ਭੁਗਤਣਾ ਪੈ ਰਿਹਾ ਹੈ। ਕਿ ਆਪਾਂ ਜਿਹੜਾ ਪੋਲੀਟੀਕਲ ਲੀਡਰਸ਼ਿਪ ਉਹਨੂੰ ਤਾਂ ਆਪਾਂ ਬਲੇਮ ਕਰਦੇ ਹਾਂ ਜਾਂ ਉਹਦੇ ਤੇ ਉਂਗਲ ਉਠਾਉਂਦੇ ਹਾਂ, ਪਰ ਪ੍ਰਸ਼ਾਸਕੀ ਪੱਧਰ ਤੇ ਵੀ ਜ਼ਿੰਮੇਵਾਰੀ ਬਣਦੀ ਹੈ। ਪ੍ਰਸ਼ਾਸਨਿਕ ਪੱਧਰ ਤੇ ਜ਼ਿੰਮੇਵਾਰੀ ਤਾਂ ਬਣਦੀ ਹੈ, ਇਹਦੇ ਬਾਰੇ ਤਾਂ ਕੋਈ ਰਾਏ ਨਹੀਂ। ਲੇਕਿਨ ਪ੍ਰਸ਼ਾਸਨ ਜਿਹੜਾ ਹੈ ਉਹ ਨੀਤੀਆਂ ਨੂੰ ਲਾਗੂ ਕਰਦਾ, ਉਹਦੀ ਜ਼ਿੰਮੇਵਾਰੀ ਇਹ ਹੈ ਕਿ ਜੋ ਨੀਤੀ ਬਣੀ, ਜੇ ਨੀਤੀ 'ਚ ਹੀ ਨੁਕਸ ਹੋਏਗਾ ਫਿਰ ਪ੍ਰਸ਼ਾਸਨ ਉਦੋਂ ਉਹਦੇ 'ਚ ਬੇਈਮਾਨੀ ਹੈ, ਪ੍ਰਸ਼ਾਸਨ 'ਚ ਕਰਪਸ਼ਨ ਹੈ, ਉਹ ਆਪਾਂ ਨੂੰ ਪਤਾ ਹੈ। ਜ਼ਿਲ੍ਹਾ ਦੇ ਹਸਪਤਾਲ ਦੇ ਨਾ ਉਹਨਾਂ ਨੂੰ ਇਹ ਨਿੱਜੀ ਖੇਤਰ ਨੂੰ ਸੌਂਪ ਦੇਣਗੇ, ਉਹ ਉੱਥੇ ਮੈਡੀਕਲ ਕਾਲਜ ਖੋਲ੍ਹਣਗੇ, ਅੱਧੇ ਮਰੀਜ਼ਾਂ ਨੂੰ ਮੁਫਤ ਦਵਾਵਾਂ ਮਿਲਣਗੀਆਂ, ਅੱਧਿਆਂ ਨੂੰ ਪੇਡ ਇਲਾਜ ਹੋਏਗਾ। ਇਹ ਜਿਹੀਆਂ ਗੱਲਾਂ ਤੈਅਸ਼ੁਦਾ ਨੀਤੀ ਦੇ ਹਿਸਾਬ ਨਾਲ ਕਾਰਪੋਰੇਟ ਖੇਤਰ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲਿਆਂਦਾ ਗਿਆ ਤੇ ਉਹਦਾ ਹੀ ਹਸ਼ਰ ਅੱਜ ਅਸੀਂ ਭੁਗਤ ਰਹੇ ਹਾਂ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ, ਸਤਿ ਸ਼੍ਰੀ ਅਕਾਲ। ਕਰੋਨਾ ਮਹਾਮਾਰੀ ਦੀ ਜਿਹੜੀ ਦੂਜੀ ਲਹਿਰ ਹੈ ਉਸ ਨੇ ਦੇਸ਼ ਨੂੰ ਇੱਕ ਵੱਡੇ ਸੰਕਟ ਵੱਲ ਧੱਕ ਦਿੱਤਾ ਹੈ। ਸਥਿਤੀ ਇਹ ਬਣੀ ਹੋਈ ਹੈ ਕਿ ਕਰਨਾਟਕ ਦੀ ਜਿਹੜੀ ਜਾਣਕਾਰੀ ਹੈ, ਆਕਸੀਜਨ ਦੀ ਘਾਟ ਕਰਕੇ 24 ਮਰੀਜ਼ ਦਮ ਤੋੜ ਗਏ। ਇਹ ਤਾਂ ਮੀਡੀਆ ਨੇ ਇੱਕ ਵੱਡੇ ਧਮਾਕੇ ਵਜੋਂ ਇਸ ਸਥਿਤੀ ਨੂੰ ਪੇਸ਼ ਕੀਤਾ ਹੈ, ਪਰ ਜੇਕਰ ਦੇਸ਼ ਦੀ ਸਥਿਤੀ ਦਾ ਜ਼ਮੀਨੀ ਹਕੀਕਤਾਂ ਦੇ ਤੌਰ ਤੇ ਜਾਣਕਾਰੀ ਲਈ ਜਾਵੇ, ਜਾਣਿਆ ਜਾਵੇ ਤਾਂ ਆਕਸੀਜਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਹੋਏਗੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀਆਂ ਮੌਜੂਦਾ ਸਥਿਤੀਆਂ ਪੈਦਾ ਹੋਈਆਂ ਉਹਨਾਂ ਦੇ ਕੇਵਲ ਆਕਸੀਜਨ ਦੀ ਘਾਟ ਦੀ ਗੱਲ ਨਹੀਂ ਹੈ, ਦਵਾਈਆਂ ਦੀ ਘਾਟ ਹੈ। ਹਸਪਤਾਲਾਂ 'ਚ ਜਿਹੜੇ ਬੈੱਡ ਆ ਉਹਨਾਂ ਦੇ ਲਈ ਮੁਸ਼ਕਲ ਨਾਲ ਜੂਝਣਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਰੋਨਾ ਕਾਰਨ ਜਿਹੜੇ ਪੇਸ਼ੈਂਟ ਮਰੀਜ਼ ਜਿਹੜੇ ਇਸ ਦੁਨੀਆ ਤੋਂ ਚਲੇ ਜਾਂਦੇ ਆ, ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਦੇ ਲਈ ਉਹਨਾਂ ਦੇ ਵਾਰਸਾਂ ਨੂੰ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨਾ ਪੈਂਦਾ ਹੈ। ਇਹੋ ਜਿਹੀ ਸਥਿਤੀ ਦੇ ਵਿੱਚ ਕਰੋਨਾ ਮਹਾਮਾਰੀ ਦੀ ਜਿਹੜੀ ਇੱਕ ਤਰ੍ਹਾਂ ਦੀ ਕੜੀ ਆ ਉਸ ਨੂੰ ਤੋੜਨ ਦੇ ਲਈ ਤੇ ਉਸ ਦੇ ਲਈ ਢੁਕਵੇਂ ਪ੍ਰਬੰਧ ਟਾਕਰੇ ਲਈ ਕਰਨ ਵਾਸਤੇ ਇਸ ਵੇਲੇ ਕੌਮੀ ਪੱਧਰ ਤੇ ਲਾਕਡਾਊਨ ਦਾ ਜਿਹੜਾ ਏਜੰਡਾ ਹੈ ਉਹਨੂੰ ਵਿਚਾਰਿਆ ਜਾ ਰਿਹਾ ਹੈ। ਚਾਹੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਗੱਲ ਕਰ ਲਈਏ, ਪ੍ਰਸ਼ਾਸਕੀ ਅਧਿਕਾਰੀਆਂ ਦੀ ਗੱਲ ਕਰ ਲਈਏ, ਰਾਜਸੀ ਨੇਤਾਵਾਂ ਦੀ ਗੱਲ ਕਰ ਲਈਏ, ਇਸੇ ਮੁੱਦੇ ਤੇ ਚਰਚਾ ਹੈ ਜਿੱਥੋਂ ਸੰਕੇਤ ਮਿਲ ਰਿਹਾ ਹੈ ਕਿ ਦੇਸ਼ ਜਿਹੜਾ ਹੈ ਕਿਸੇ ਵੀ ਸਮੇਂ ਲਾਕਡਾਊਨ ਵੱਲ ਵੱਧ ਸਕਦਾ ਹੈ। ਇਸ ਤੋਂ ਪਹਿਲਾਂ ਸਹੀ ਹੈ ਕਿ ਕੁਝ ਰਾਜਾਂ ਨੇ ਜਿਹਨਾਂ 'ਚ ਹਰਿਆਣਾ ਹੈ, ਉੜੀਸਾ, ਉਹਨਾਂ ਨੇ ਪਹਿਲਾਂ ਹੀ ਲਾਕਡਾਊਨ ਜਿਹੜੇ ਹੈਗੇ ਆ ਲਾਗੂ ਕੀਤੇ ਹੋਏ ਆ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਲਾਕਡਾਊਨ ਇਸ ਸਮੱਸਿਆ ਦਾ ਹੱਲ ਹੈ ਜਾਂ ਲਾਕਡਾਊਨ ਦੇ ਚੱਲਦਿਆਂ ਅਸੀਂ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਢੁਕਵੇਂ ਪ੍ਰਬੰਧ ਕਰਨ ਦੀ ਸਮਰੱਥਾ ਰੱਖਦੇ ਹਾਂ? ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਦੇ ਵਿੱਚ ਇਸ ਮੁੱਦੇ ਨਾਲ ਜੁੜੇ ਸਾਡੇ ਕਦਾਵਰ ਮਹਿਮਾਨ ਸਾਹ ਇਕਬਾਲ ਸਿੰਘ ਲਾਲਪੁਰਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪੱਧਰ ਦੇ ਬੁਲਾਰੇ ਨੇ, ਸਮਾਜਿਕ ਤੌਰ ਤੇ ਆਪਣੀ ਇੱਕ ਪਹਿਚਾਣ ਰੱਖਦੇ ਹੈ। ਡਾਕਟਰ ਪਿਆਰੇ ਲਾਲ ਗਰਗ ਸਾਡੇ ਮੈਡੀਕਲ ਖਿੱਤੇ ਦੇ ਜਾਣੇ ਪਹਿਚਾਣੇ ਔਰ ਸਮਾਜਿਕ ਤੌਰ ਤੇ ਇੱਕ ਵਿਲੱਖਣ ਪਰਸਨੈਲਿਟੀ। ਡਾਕਟਰ ਅਰੁਣ ਮਿੱਤਰਾ ENT ਦੇ ਮਾਹਰ,
ਤੇ ਸਮਾਜਿਕ ਤੌਰ ਤੇ ਉਹਨਾਂ ਦੀ ਵੀ ਇੱਕ ਆਪਣੀ ਪਹਿਚਾਣ। ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਲਾਲਪੁਰਾ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜੇ ਆਪਾਂ ਗੱਲ ਸੁਪਰੀਮ ਕੋਰਟ ਦੀ ਵੀ ਕਰ ਲਈਏ, ਜਿੱਦਾਂ ਮੈਂ ਕਿਹਾ ਕਿ ਚਰਚਾ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਨੂੰ ਹੁਣ ਮਿਲ ਕੇ ਲਾਕਡਾਊਨ ਦੇ ਬਾਰੇ 'ਚ ਵਿਚਾਰ ਕਰਨੀ ਚਾਹੀਦੀ ਹੈ। ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੀਆਂ ਮੌਜੂਦਾ ਵੱਡੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲਾਕਡਾਊਨ ਇਸ ਵੇਲੇ ਫੌਰੀ ਤੌਰ ਤੇ ਜ਼ਰੂਰਤ ਬਣ ਗਈ ਹੈ ਇਸ ਮੁਲਕ ਦੀ? ਸਿੱਧੂ ਸਾਹਿਬ, ਬੇਨਤੀ ਇਹ ਹੈ ਕਿ ਸੁਪਰੀਮ ਕੋਰਟ ਦੀ ਟਿੱਪਣੀ ਇੱਕ ਆਬਜੈਕਟਿਵ ਟਿੱਪਣੀ ਹੈਗੀ ਹੈ ਜੀ, ਸਾਰਿਆਂ ਲਈ ਜ਼ਰੂਰੀ ਟਿੱਪਣੀ ਹੈ। ਵਿਚਾਰਨ ਦੀ ਲੋੜ ਹੈ ਕਿ ਇਹਦੇ ਵਾਸਤੇ ਕੀ ਅਸੀਂ ਪ੍ਰਬੰਧ ਕਰਨੇ ਸੀ, ਉਹ ਪ੍ਰਬੰਧਾਂ 'ਚ ਕਿੱਥੇ ਕਮੀ ਰਹਿ ਗਈ। ਕੇਂਦਰ ਸਰਕਾਰ ਨੇ 300 ਕਰੋੜ ਰੁਪਇਆ ਵੀ ਦਿੱਤਾ, 100 ਲਾਉਣ ਦੀ ਆਗਿਆ ਵੀ ਦਿੱਤੀ, ਉਸ ਵੀ ਅਸੀਂ ਆਕਸੀਜਨ ਦੀ ਕਮੀ ਆ ਰਹੀ ਹੈ। ਜਦੋਂ ਕੋਈ ਵੀ ਬੰਦਾ ਮਰੀਜ਼ ਹੁੰਦਾ, ਗਵਰਨਮੈਂਟ ਦਾ ਜਿਹੜਾ ਵੱਡਾ ਕਾਰਕੁਨ ਹੈਗਾ, ਚੀਫ ਮਿਨਿਸਟਰ ਹੈਗਾ, ਉਹ ਫੋਰਨ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਾਉਂਦਾ ਹੈ। ਦੇਸ਼ ਦੇ ਸਰਕਾਰੀ ਹਸਪਤਾਲਾਂ ਦੇ ਇਲਾਜ ਨਹੀਂ ਸਮਝਦਾ। ਇਹ ਬੜੀ ਜਿਹੜੀ ਹੈ ਨਾ ਵਿਚਾਰਨ ਦੀ ਹੈਗੀ ਹੈ, ਜਿਹੜੀ ਉਹ ਤਾਂ ਇੱਕ ਜਿਹੜੀ ਹੈ ਨਾ ਐਡਮਿਨਿਸਟ੍ਰੇਟਿਵ ਮੈਜਰ ਹੈਗਾ ਲਾਕਡਾਊਨ, ਲੇਕਿਨ ਕਿਊਰੇਟਿਵ ਤੇ ਪ੍ਰੀਵੈਂਟਿਵ ਵਾਸਤੇ ਸਾਰੇ ਸਮਾਜ ਨੂੰ ਕਿ ਇਹ ਇਸ ਵੇਲੇ ਜਿਹੜੀ ਹੈ ਨਾ ਫਿਕਸ ਕਰਨ ਦੀ ਬਜਾਏ ਕਿ ਹੂ ਇਜ਼ ਰਿਸਪੌਂਸਿਬਲ, ਲੈਟ ਅਸ ਆਲ ਜੁਆਇਨ ਟੂਗੇਦਰ ਟੂ ਫਾਈਟ ਦਿਸ ਕਰੋਨਾ ਜਿਹੜੀ ਪ੍ਰੋਬਲਮ ਹੈ। ਜੀ ਲਾਲਪੁਰਾ ਜੀ, ਜਿੱਦਾਂ ਤੁਸੀਂ ਆਪ ਹੀ ਖੁਦ ਜਿਹੜਾ ਜ਼ਿਕਰ ਕੀਤਾ ਇਸ ਗੱਲ ਦਾ, ਜਿਹੜੇ ਸਧਾਰਨ ਜਿਹੜੇ ਆਮ ਜਿਹੜੇ ਲੋਕ ਹੈਗੇ ਹੈ, ਪਰੇਸ਼ਾਨ ਹੈ, ਮਰੀਜ਼ ਨੇ, ਜੇ ਉਹਨਾਂ ਦੇ ਇਲਾਜ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਲਈ ਜਿੱਦਾਂ ਆਪਾਂ ਕਿਹਾ ਹੈ ਕਿ ਉਹਨਾਂ ਲਈ ਕਿਸੇ ਲਈ ਬੈੱਡ ਨਹੀਂ ਮਿਲਦੇ, ਆਕਸੀਜਨ ਦੀ ਬਹੁਤ ਵੱਡੀ ਸਮੱਸਿਆ ਹੈ। ਅਸੀਂ ਨਹੀਂ ਕਹਿੰਦੇ ਜਿਹੜੇ ਸਾਡਾ ਦੇਸ਼ ਦਾ ਨੇਤਾ ਹੈ, ਚਾਹੇ ਐਮਐਲਏ ਹੈ, ਐਮਪੀ ਹੈ ਜਾਂ ਸਧਾਰਨ ਵਿਅਕਤੀ, ਉਹਨਾਂ ਲਈ ਜਾਨ ਸਾਡੇ ਲਈ ਸਭ ਲਈ ਉਹਨਾਂ ਦੀ ਜਾਨ ਪਿਆਰੀ ਹੈ। ਪਰ ਆਮ ਲੋਕਾਂ ਦੀ ਸਥਿਤੀ ਦਾ ਇਹ ਹੈ, ਜਿੱਦਾਂ ਤੁਸੀਂ ਕਹਿੰਦੇ ਹੋ, ਪਰ ਜੇ ਐਮਪੀਜ਼ ਦੀ ਗੱਲ ਕਰ ਲਈਏ, ਮੰਤਰੀਆਂ ਦੀ ਗੱਲ ਕਰ ਲਈਏ, ਚਾਹੇ ਕੇਂਦਰ ਦੇ ਆ ਚਾਹੇ ਸਟੇਟਾਂ ਦੇ ਹੈ, ਤਾਂ ਉਹਨਾਂ ਲਈ ਕੌਮੀ ਪੱਧਰ ਤੇ ਢੁਕਵੇਂ ਹਸਪਤਾਲਾਂ 'ਚ ਪ੍ਰਬੰਧ ਕੀਤੇ ਜਾਂਦੇ ਹੈ। ਇੱਕ ਤਾਂ ਬਹੁਤ ਵੱਡਾ ਵਖਰੇਵਾਂ ਸ਼ਾਇਦ ਮਹਿਸੂਸ ਨਹੀਂ ਹੁੰਦਾ ਜਨਤਾ ਦੀ ਕਿਸ ਪੱਧਰ ਦੇ ਉੱਤੇ ਮੁਸ਼ਕਲ ਜਿਹੜੀ ਕਿ ਖੜੀ ਹੋ ਗਈ ਹੈ। ਇੱਕ ਸਾਲ ਅਸੀਂ ਲੰਬੇ ਸਮਾਂ, ਸਾਲ ਤੋਂ ਵੀ ਵੱਧ ਲੰਬੇ ਸਮੇਂ 'ਚੋਂ ਅਸੀਂ ਕਰੋਨਾ ਮਹਾਮਾਰੀ ਦੇ ਦੌਰ 'ਚੋਂ ਨਿਕਲੇ ਹਾਂ। ਇਹ ਸਾਲ ਦੌਰਾਨ ਜਿਹੜਾ ਕਿਉਂ ਨਹੀਂ ਅਸੀਂ ਢੁਕਵੇਂ ਪ੍ਰਬੰਧ ਕਰ ਸਕੇ ਕਿ ਸਾਨੂੰ ਹੁਣ ਲਾਕਡਾਊਨ ਦੀ ਜ਼ਰੂਰਤ ਪੈ ਰਹੀ ਹੈ? ਜੀ ਲਾਲਪੁਰਾ ਸਾਹਿਬ। ਨਹੀਂ ਕੀਤੀ ਕਦੇ ਵੀ। ਅੱਜ ਵੀ ਆਕਸੀਜਨ ਜਿਹੜੇ ਵੈਂਟੀਲੇਟਰ ਹੈਗੇ ਆ ਉਹ ਹਸਪੀਟਲਸ ਦੇ ਵਿੱਚ ਹੈਗੇ ਨੇ ਪੰਜਾਬ ਦੇ ਵਿੱਚ, ਦੂਜੀ ਜਗ੍ਹਾ ਵੀ ਹੈਗੇ ਨੇ ਵੈਂਟੀਲੇਟਰ, ਪਰ ਉਹਦਾ ਆਪਰੇਟਰ ਕੋਈ ਨਹੀਂ ਹੈਗਾ, ਉਹ ਬਿਨਾਂ ਅਨਯੂਜ਼ਡ ਪਏ ਆ। ਮੈਂ 3 ਦਿਨ ਪਹਿਲਾਂ ਲਾ ਕੇ ਆਇਆ ਸੀ, ਉੱਥੇ ਉਹਨਾਂ ਨੇ ਮੈਨੂੰ ਇਹੋ ਗੱਲ ਕਿ ਸਾਡੇ ਕੋਲ ਵੈਂਟੀਲੇਟਰ ਤਾਂ ਹੈਗੇ ਆ ਜੀ 2, ਲੇਕਿਨ ਅਸੀਂ ਚਲਾ ਨਹੀਂ ਪਾ ਰਹੇ ਕਿਉਂਕਿ ਸਾਡੇ ਕੋਲ ਟ੍ਰੇਨਡ ਬੰਦਾ ਨਹੀਂ ਹੈਗਾ। ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਇਹ ਟ੍ਰੇਨਡ ਕਿਹਨੇ ਕਰਨਾ? ਹੁਣ ਵੀ ਅੱਜ ਵੀ ਇੱਕ ਬੰਦਾ ਮੈਨੂੰ ਕਹਿ ਰਿਹਾ ਸੀ ਜੀ ਕਿ ਮੈਂ ਜਿਹੜਾ ਨਾ ਬਿਮਾਰ ਹੈਗਾ, ਮੇਰਾ ਕੋਈ ਰਿਸ਼ਤੇਦਾਰ, ਤੇ ਕਾਈਂਡਲੀ ਪੀਜੀਆਈ 'ਚ ਇੰਤਜ਼ਾਮ ਕਰਾ ਦਿਓ। ਜਿਹੜੀਆਂ ਸਾਡੀ ਕੀਤਾ ਉਹ ਹਾਲੇ ਵੀ, ਪਰ ਉਹਨਾਂ ਦੀ ਕੋਈ ਸੋਲੂਸ਼ਨ ਹੈਗੀ ਜਾਂ ਰਾਸ਼ ਪੀਜੀਆਈ ਚੰਡੀਗੜ੍ਹ, ਉਹ ਇੱਕ ਵੀ ਹੋਰ ਮਰੀਜ਼ ਚੰਗੀ ਤਰ੍ਹਾਂ ਅਕਾਮੋਡੇਟ ਨਹੀਂ ਕਰ ਸਕਦੇ। ਸੋ ਇਹ ਸਾਰਾ ਇਹ ਜਿਹੜਾ ਨਾ ਸਾਨੂੰ ਇਹਦੇ ਲਈ ਕੀ ਕਰਨਾ ਚਾਹੀਦਾ, ਇਹ ਡਾਕਟਰ ਸਾਹਿਬ ਮੇਰੇ ਤੋਂ ਬਿਹਤਰ ਦੱਸ ਸਕਦੇ ਆ ਕਿਉਂਕਿ ਫੈਸ਼ਨ ਹੈਗਾ ਜੀ। ਮੈਂ ਬਿਲਕੁਲ, ਮੈਂ ਵੀ ਬੜੇ ਚੰਗੇ ਗੱਲ, ਲੇਕਿਨ ਮੈਂ ਇੱਕ they are not bothered with common people। ਸਟੇਸ਼ਨ ਦੀ ਐਡੀ ਭੈੜੀ ਹਾਲਤ ਹੈ ਕਿ ਤੁਸੀਂ ਹੁਣ ਸ਼ੁਰੂ ਕੀਤੀ ਹੈ, ਮੈਂ ਇਹਦੇ ਨਾਲ ਇਸ ਤਰ੍ਹਾਂ ਦਾ ਨੈਗੇਟਿਵ ਨਹੀਂ ਚੱਲਾਂਗਾ, ਬਟ ਆਈ ਵਿਲ ਐਕਸਪਲੇਨ ਯੂ ਕਿ what is my experience of handling this bureaucracy। ਸੋ ਇੱਥੇ ਇਹਨਾਂ ਦੇ ਕੰਮ ਤੇ ਹਾਂਜੀ, ਇਹ ਤਾਂ ਦੇਖੋ ਅਫਸਰਸ਼ਾਹੀ ਬਿਊਰੋਕ੍ਰੇਸੀ ਕਿਦਾਂ ਦੀ ਜ਼ਿੰਮੇਵਾਰ ਹੈ। One is yes
ਮੈਂ ਸਰ ਵਾਪਸ ਆਵਾਂਗਾ ਇਸੇ ਮੁੱਦੇ ਤੇ ਤੁਹਾਡੇ ਵੱਲ ਵਾਪਸ ਆਨੇ ਆ ਜੀ। ਆਪਾਂ ਪਹਿਲਾਂ ਡਾਕਟਰ ਪਿਆਰੇ ਲਾਲ ਗਰਗ ਜੀ ਤੋਂ ਵੀ ਇਸੇ ਮੁੱਦੇ ਤੇ ਕਮੈਂਟਸ ਲੈ ਲਈਏ। ਗਰਗ ਸਾਹਿਬ, ਤੁਸੀਂ ਲਾਲਪੁਰਾ ਸਾਹਿਬ ਨੂੰ ਵੀ ਸੁਣਿਆ, ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਸਟੇਟਾਂ ਦੀ ਗੱਲ ਕੀਤੀ ਉਹਨਾਂ ਨੇ, ਬਾਕੀ ਉਹਨਾਂ ਨੇ ਕਿਹਾ ਕਿ ਜਿਹੜੀ ਅਫਸਰਸ਼ਾਹੀ ਹੈ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ ਸੀ ਉਹ ਨਹੀਂ ਨਿਭਾਈ ਜਾ ਰਹੀ। ਕੀ ਇਸ ਵੇਲੇ ਜਿਹੜਾ ਹੈਗਾ ਨਾ ਲੋਕਡਾਊਨ ਦੀ ਸਮੱਸਿਆ ਜਿਹੜੀ ਹੈਗੀ ਹੈ, ਇਸ ਤੋਂ ਬਗੈਰ ਸਾਡੇ ਦੇਸ਼ ਦੇ ਕੋਲੇ ਕਰੋਨਾ ਮਹਾਮਾਰੀ ਦੇ ਟਾਕਰੇ ਦਾ ਹੋਰ ਕੋਈ ਹੱਲ ਨਹੀਂ, ਤੇ ਸਾਲ ਭਰ ਅਸੀਂ ਕੀ ਕੀਤਾ ਇਸ ਬਿਮਾਰੀ ਦੇ ਟਾਕਰੇ ਲਈ। ਅੱਜ ਉੱਥੇ ਹੀ ਆ ਕੇ ਖੜੇ ਹਾਂ ਜਿੱਥੇ ਸਾਲ ਸਵਾ ਸਾਲ ਪਹਿਲਾਂ ਅਸੀਂ ਲਾਕਡਾਊਨ ਦੀ ਚਰਚਾ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤੀ ਸੀ। ਜੀ ਗਰਗ ਸਾਹਿਬ। ਹਾਂਜੀ, ਦੇਖੋ ਗੱਲ ਇਹ ਹੈ ਸਿੱਧੂ ਸਾਹਿਬ ਕਿ ਅਸੀਂ ਜਦ ਪਹਿਲਾਂ ਲਾਕਡਾਊਨ ਅਸੀਂ ਲਾਉਂਦੇ ਕਿਉਂ ਆ? ਲਾਕਡਾਊਨ ਇਸ ਵਾਸਤੇ ਨਹੀਂ ਲਾਉਂਦੇ ਕਿ ਲਾਕਡਾਊਨ ਕੋਈ ਹੱਲ ਹੈ। ਲਾਕਡਾਊਨ ਇਸ ਵਾਸਤੇ ਲਾਉਣੇ ਆ ਕਿ ਮਰੀਜ਼ ਹੋ ਗਏ ਤੇ ਸਾਨੂੰ ਪਤਾ ਹੈ ਨਹੀਂ ਉਹ ਕਿੱਥੇ ਨੇ, ਉਹਨਾਂ ਨੂੰ ਟਰੇਸ ਕਰਨਾ, ਟਰੇਸ ਕਰਕੇ ਟੈਸਟ ਕਰਨਾ, ਤੇ ਜਿਹੜੇ ਮਰੀਜ਼ ਹੋ ਜਾਣ ਉਹਨਾਂ ਦਾ ਇਲਾਜ ਕਰਨਾ, ਜਿਹੜੇ ਕੰਟੈਕਟ ਹੋਣ ਅਜੇ ਮਰੀਜ਼ ਨਹੀਂ ਹੈ, ਨਾ ਉਹਨਾਂ ਨੂੰ ਨਿਸ਼ਾਨੀਆਂ ਨੇ, ਨਾ ਉਹਨਾਂ ਦਾ ਟੈਸਟ ਪੋਜ਼ਿਟਿਵ ਹੈ, ਉਹਨਾਂ ਦੀ ਕੁਆਰੰਟਾਈਨ ਕਰਨਾ। ਇਹ ਕੰਮ ਇੱਕ ਤਾਂ ਕਰਨਾ ਸੀ। ਦੂਜਾ ਸੀ ਉਸ ਸਮੇਂ 'ਚ ਜਿਹੜਾ ਸਰਕਾਰਾਂ ਨੇ ਸਾਰੀਆਂ ਪੋਲੀਟੀਆਂ ਰਾਜ ਕਰਨੀਆਂ ਸੀ ਕਿ ਜੇ ਅਸੀਂ ਤਿਆਰੀ ਕਰ ਰਹੇ ਹਾਂ, ਮੈਨੂੰ ਕਿਸੇ ਸੂਬੇ 'ਚ ਕਿਸੇ ਕੇਂਦਰ ਵੱਲੋਂ ਕੋਈ ਤਿਆਰੀ ਐਸੀ ਨਹੀਂ ਦਿਖੀ ਜਿਹੜੀ ਇਹਨਾਂ ਨੇ ਤਿਆਰੀ ਕਰੀ ਹੋਵੇ ਕਿ ਜੇ ਸਾਡੇ ਕੋਲ ਮਰੀਜ਼ ਆ ਜਾਣ ਤਾਂ ਅਸੀਂ ਕਰਾਂਗੇ ਕੀ। ਚਾਹੇ ਉਹ ਆਕਸੀਜਨ ਪਾਉਣ ਦੀ ਗੱਲ ਹੋਵੇ, ਚਾਹੇ ਉਹ ਇਹਨਾਂ ਦੀਆਂ ਦਵਾਈਆਂ ਰੱਖਣ ਦੀ ਗੱਲ ਹੋਵੇ, ਤੇ ਪਲੈਨਿੰਗ ਸਾਡੀ ਇੰਨੀ ਮੈਂ ਕਹਾਂਗਾ ਵੀ ਨਲਾਇਕ ਹੈ ਕਿ ਆ ਹੁਣੀ ਲੋਕਾਂ 'ਚ ਐਡਾ ਵੱਡਾ ਕਿਓਸ ਪੈਦਾ ਕਰਤਾ ਵੀ ਟੀਕੇ ਲੱਗਣਗੇ। ਕਿਸੇ ਨੇ ਸੋਚਿਆ ਨਹੀਂ ਕਿ ਦੇਸ਼ ਦੇ ਵਿੱਚ ਇਹਦੀ ਆਬਾਦੀ ਕਿੰਨੀ ਹੈ, ਉਹਨੂੰ ਟੀਕੇ ਲਿਆਓਗੇ ਕਿੱਥੋਂ? 57 ਕਰੋੜ ਆਬਾਦੀ, ਪੰਜਾਬ ਦੇ ਵਿੱਚ 1 ਕਰੋੜ ਤੇ 38 ਲੱਖ ਦੀ ਆਬਾਦੀ ਹੈ। ਅੱਜ ਦਾ ਬਿਆਨ ਹੈ ਮੁੱਖ ਮੰਤਰੀ ਦਾ ਕਿ ਸਾਡੇ ਕੋਲ 3,30,000 ਡੋਜ਼ਸ ਆਈਆਂ ਨੇ 18 ਤੋਂ 45 ਵਾਸਤੇ। ਉਹਦੇ ਵਿੱਚ ਅਸੀਂ ਜਿਹੜੇ ਕੋਮਾਰਬਿਡਿਟੀ ਵਾਲੇ ਨੇ ਉਹਨਾਂ ਨੂੰ ਪਹਿਲਾਂ ਲਾਵਾਂਗੇ। ਜੇ 3 ਇਹਦੇ ਨਾਲ ਤਾਂ ਫਿਰ ਕਿੰਨੇ ਦਿਨ ਲੱਗਣਗੇ? ਇਹ ਆਪੇ ਕੋਈ ਹਿਸਾਬ ਤਕਰੀਬਨ 40 ਦਿਨਾਂ ਦੇ ਵਿੱਚ ਜਾ ਕੇ ਫਿਰ ਉਹਨੂੰ ਵੰਡਣਗੇ ਕਿਵੇਂ, ਕਿੱਥੇ ਕਿੱਥੇ ਲਾਉਣਗੇ। ਇੱਕ ਦੂਜਾ ਮੈਂ ਇਹ ਕਹਾਂਗਾ ਵੀ ਪਹਿਲਾਂ ਅਸੀਂ ਜਦ ਕਰੋਨਾ ਦੀ ਸਭ ਤੋਂ ਵੱਡੀ ਗਲਤੀ ਕੀ ਹੋਈ ਹੈ, ਅਸੀਂ ਨਾ ਤਾਂ ਕੇਂਦਰ ਨੇ ਉਹਨੂੰ ਵਿਗਿਆਨਕ ਤੌਰ 'ਤੇ ਹੈਂਡਲ ਕਰਿਆ, ਤੇ ਨਾ ਹੀ ਉਹਨੇ ਸਾਰੀ ਪਾਵਰ ਆਪਦੇ ਕੋਲ ਇਕੱਠੀ ਕਰ ਲਈ, ਤੇ ਉਹਨੇ ਪੁਲਿਸ ਦਾ ਇੱਕ ਹੁਕਮ ਚਲਾ ਕੇ ਹੈਂਡਲ ਕਰਨ ਦੀ ਕੋਸ਼ਿਸ਼ ਕਰੀ। ਉਹ ਵੀ ਇੱਕ ਬੜੀ ਵੱਡੀ ਗਲਤੀ ਹੈ। ਬੜੇ ਰੌਲਾ ਪੈ ਰਿਹਾ ਹੈ, ਅਸੀਂ ਲੋਕਾਂ ਨੂੰ ਇਹ ਚੇਤਨ ਹੀ ਨਹੀਂ ਕਰਿਆ ਕਿ ਭਾਈ 95% ਮਰੀਜ਼ ਤਾਂ ਆਪੇ ਠੀਕ ਹੋ ਜਾਣੇ ਨੇ, ਮਾਈਲਡ ਟੂ ਮੋਡਰੇਟ ਦੇ ਮਰੀਜ਼ ਆਪੇ। ਅਸੀਂ ਕਦੇ ਕੋਈ ਇੰਸਟਰਕਸ਼ਨ ਦਿੰਦੇ ਹਾਂ, ਕਦੇ ਕੋਈ ਇੰਸਟਰਕਸ਼ਨ ਦਿੰਦੇ ਹਾਂ। ਹੁਣ ਜਿਹੜੀਆਂ ਤਾਂ ਸਰਕਾਰ ਦੀਆਂ ਕਿਤਾਬਾਂ ਨੇ, ਜਿਹੜੀਆਂ ਇੰਸਟਰਕਸ਼ਨਾਂ ਲਿਖ ਕੇ ਗਈਆਂ ਨੇ, ਉਹਦੇ 'ਚ ਕਹਿ ਦਿੱਤਾ ਕਿ ਜੇ 94% 93% ਆਕਸੀਜਨ ਤਾਂ ਮਾਈਲਡ ਹੈ, ਜੇ 90 ਤੋਂ 93 ਹੈ ਆਕਸੀਜਨ ਸੈਚੂਰੇਸ਼ਨ ਤਾਂ ਉਹ ਮਾਡਰੇਟ ਹੈ। ਅੱਜ ਏਮਸ ਦੇ ਡਾਇਰੈਕਟਰ ਦਾ ਸਰਕਾਰ ਦੀ ਪਾਲਿਸੀ ਦੇ ਤੌਰ 'ਤੇ ਬਿਆਨ ਇਹ ਆ ਗਿਆ ਵੀ ਜੇ ਤੁਹਾਡੀ 94 ਤੋਂ ਆਕਸੀਜਨ ਘੱਟ 94 ਆਕਸੀਜਨ ਹੋਵੇ ਜਾਂ 94 ਤੋਂ ਥੋੜ੍ਹੀ ਜਿਹੀ ਵੀ ਘਟੇ ਤਾਂ ਨਾਲ ਦੀ ਨਾਲ ਤੁਸੀਂ ਹਸਪਤਾਲ ਦਾਖਲ ਹੋਣਾ, ਜਦ ਕਿ ਮਾਈਲਡ ਤੇ ਮਾਡਰੇਟ ਨੂੰ ਇੱਦਾਂ ਸਿੱਧਾ ਹਸਪਤਾਲ ਦਾਖਲ ਹੋਣ ਦੀ ਲੋੜ ਨਹੀਂ। ਨਜ਼ਰੀਆ ਦੇ ਜਿਵੇਂ ਦਰਸ਼ਕਾਂ ਦਾ ਸਵਾਗਤ। ਲਾਲਪੁਰਾ ਜੀ, ਬ੍ਰੇਕ ਤੋਂ ਪਹਿਲਾਂ ਸਾਡੇ ਦੋਨੇ ਜਿਹੜੇ ਮਾਹਰ ਡਾਕਟਰ ਹੈਗੇ ਆ, ਉਹਨਾਂ ਦਾ ਕਹਿਣਾ ਸੀਗਾ ਕਿ ਕੇਂਦਰ ਤੇ ਸੂਬਿਆਂ ਦੇ ਪੱਧਰ ਤੇ ਕਰੋਨਾ ਮਹਾਮਾਰੀ ਦੇ ਟਾਕਰੇ ਦੇ ਲਈ ਕੋਈ ਪਲੈਨਿੰਗ ਨਹੀਂ ਹੋਈ। ਬੜਾ ਇੱਕ ਤਰ੍ਹਾਂ ਦਾ ਨਲਾਇਕੀ ਦੇ ਢੰਗ ਨਾਲ ਕੰਮ ਕੀਤਾ ਗਿਆ, ਤੇ ਜਦੋਂ ਜ਼ਰੂਰਤ ਸੀਗੀ ਦੇਸ਼ ਵੱਲ ਧਿਆਨ ਦੇਣ ਦੀ ਤਾਂ ਉਸ ਵੇਲੇ ਜਿਹੜੀ ਕੇਂਦਰ ਦੀ ਸਰਕਾਰ ਸੀ ਉਹ ਵੀ ਬੰਗਾਲ ਦੇ ਵਿੱਚ ਰੈਲੀਆਂ ਦੇ ਵਿੱਚ ਲੱਗੀ ਹੋਈ ਸੀ। ਇਹ ਜਿਹੜੀ ਤਾਲਮੇਲ ਦੀ ਘਾਟ ਹੈ ਬਹੁਤ ਵੱਡੀ ਪੱਧਰ ਤੇ ਰਹਿੰਦੇ ਸਮੇਂ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ, ਜਿਹਦੇ ਕਰਕੇ ਅੱਜ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਸਿੱਧੂ ਸਾਹਿਬ, ਬੇਨਤੀ ਇਹ ਹੈ ਵੀ ਜਿੱਥੋਂ ਤੱਕ ਤਾਂ ਬੰਗਾਲ ਇਲੈਕਸ਼ਨ ਦੀ ਗੱਲ ਹੈ ਨਾ, ਉਸ ਤੋਂ ਪਹਿਲਾਂ ਬਿਹਾਰ ਇਲੈਕਸ਼ਨ ਵੀ ਹੋਏ। ਇਹ ਕਨਸਟੀਟਿਊਸ਼ਨਲ ਪ੍ਰੋਸੈਸ ਹੈ। ਅਸੀਂ ਕੇਵਲ ਬਿਹਾਰ ਦੀ ਗੱਲ ਕਰਦੇ ਹਾਂ, ਅਸੀਂ ਅਸਾਮ ਦੀ ਗੱਲ ਨਹੀਂ ਕਰਦੇ, ਅਸੀਂ ਤਮਿਲਨਾਡੂ ਦੀ ਗੱਲ ਨਹੀਂ ਕਰਦੇ, ਅਸੀਂ ਪੌਂਡੀਚੇਰੀ ਦੀ ਗੱਲ ਨਹੀਂ ਕਰਦੇ, ਅਸੀਂ ਕੀ ਗੱਲ ਨਹੀਂ ਕਰਦੇ। ਇਲੈਕਸ਼ਨ ਤਾਂ ਸਾਰੀ ਜਗ੍ਹਾ ਇਲੈਕਸ਼ਨ ਪ੍ਰੋਸੈਸ ਹੈਜ਼ ਟੂ ਕੰਟੀਨਿਊ, ਸਿਸਟਮ ਬੰਦ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਸਾਰੇ ਹੀ ਸੰਵੇਦਨਸ਼ੀਲ ਨੇ। ਸਾਡੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਸੀਨੀਅਰ ਡਾਕਟਰ ਹਰ ਰੋਜ਼ ਟੈਲੀਵਿਜ਼ਨ ਤੇ ਆਉਂਦੇ ਆ ਔਰ ਗਾਈਡ ਕਰਦੇ ਆ। ਇਲਾਵਾ ਸਾਡੇ ਦੇਸ਼ ਦੇ ਜਿਹੜੇ ਮੈਡੀਕਲ ਹੈਗੇ ਆ, ਐਜੂਕੇਸ਼ਨ ਮਿਨਿਸਟਰ ਹੈ, ਹੈਲਥ ਮਿਨਿਸਟਰ ਹੈਗੇ ਆ, ਹੀ ਇਜ਼ ਡਾਕਟਰ ਹਰਸ਼ਵਰਧਨ, ਆਪ ਡਾਕਟਰ ਹੈਗੇ ਆ। ਹੁਣ ਗੱਲ ਇਹ ਹੈ ਕਿ ਅਸੀਂ ਜਿਹੜੀ ਹੈ ਨਾ, ਜਿੱਥੇ ਤੱਕ ਸੰਵੇਦਨ ਦੀ ਗੱਲ ਹੈ, ਸਭ ਤੋਂ ਜ਼ਿਆਦਾ ਹੈ ਕਰ ਰਹੇ ਆ।
ਹਰ ਚੀਜ਼ ਨੂੰ ਮੋਨੀਟਰ ਕਰ ਰਹੇ ਆ ਪਰਸਨਲੀ। ਜਿਹੜੀਆਂ ਟ੍ਰੇਨ ਚਲਾਈਆਂ ਨੇ, ਜਿਹੜੀਆਂ ਆਕਸੀਜਨ ਬੱਸ ਟਰਾਂਸਪੋਰਟੇਸ਼ਨ ਕਰਨ ਵਾਸਤੇ ਬਾਹਰਲੇ ਮੁਲਕਾਂ ਨੂੰ ਆਕਸੀਜਨ ਉਹਨਾਂ ਤੋਂ ਮੰਗਾਈ ਜਾ ਰਹੀ ਹੈ। ਜਿਹੜੀਆਂ 1,02,000 ਤੋਂ ਜ਼ਿਆਦਾ ਜਿਹੜੇ ਹੈਗੇ ਨੇ ਸਿਲੰਡਰ ਹੈ ਗੈਸ ਦੇ, ਉਹ ਲੋਕਾਂ ਨੂੰ ਦਿੱਤੇ, ਇੰਡੀਆ ਸਟੇਟਸ ਨੂੰ ਦਿੱਤੇ ਗਏ ਨੇ, 28 ਸਟੇਟਸ ਨੇ। ਦੇਰ ਇਜ਼ ਅ ਡੈਫੀਨਿਟ ਸਿਸਟਮ ਵਰਕਿੰਗ। ਜਿਹੜਾ ਸਟੇਟ ਦਾ ਕੰਮ ਹੈ ਉਹ ਸੈਂਟਰ ਦਾ ਕੰਮ ਨਹੀਂ ਹੈਗਾ। ਆਪ ਨੂੰ ਯਾਦ ਹੋਏਗਾ ਪਹਿਲਾਂ ਕਰਫਿਊ ਦੀ ਜਿਹੜੀ ਗੱਲ ਸੀ ਨਾ, ਇਹ ਤਾਂ ਲਾਕਡਾਊਨ ਦੀ ਗੱਲ ਕਰਦੇ ਆ। ਜਿਹੜਾ ਪਹਿਲਾ ਕਰਫਿਊ ਪੰਜਾਬ ਦੀ ਸਰਕਾਰ ਨੇ ਲਾਇਆ ਇੰਡੀਆ ਦੇ ਵਿੱਚ, ਔਰ ਵਰਲਡ ਦੇ ਵਿੱਚ ਜਿਹੜੀ ਹੈ ਇਹੀ ਸਿਸਟਮ ਅਪਣਾਇਆ ਗਿਆ, ਭਾਵੇਂ ਉਹ ਅਮਰੀਕਾ ਹੋਵੇ, ਭਾਵੇਂ ਕੈਨੇਡਾ ਹੋਵੇ, ਤੇ ਭਾਵੇਂ ਇੰਗਲੈਂਡ ਹੋਵੇ, ਜਾਂ ਹੋਰ ਸਾਰੇ ਯੂਰਪੀਅਨ ਕੰਟਰੀਜ਼ ਹੋਣ। ਉਹ ਗੱਲ ਅਸੀਂ ਜੇ ਤਾਂ ਇਸ ਗੱਲ ਨੂੰ ਸੋਚਦੇ ਹਾਂ ਤੇ ਵਨ ਕੈਨ ਨਾਟ ਬੀ ਰਿਸਪੌਂਸਿਬਲ, ਦ ਸਿਸਟਮ ਹੈਜ਼ ਟੂ ਗਰੋ ਅਪ। ਮੈਨੂੰ ਬੜੀ ਖੁਸ਼ੀ ਆ ਕਿ ਡਾਕਟਰ ਗਰਗ ਬੈਠੇ ਨੇ। ਕਿੰਨੀ ਵਾਰੀ ਇਹਨਾਂ ਦੇ ਹੈਲਥ ਸੈਕਟਰੀ ਪੰਜਾਬ ਨੇ ਆ ਕੇ ਇਹਨਾਂ ਨਾਲ ਡਿਸਕਸ ਕੀਤਾ ਕਿ ਮੈਂ ਤੁਹਾਡੇ ਕੋਲ ਆਇਆ ਗਰਗ ਸਾਹਿਬ, ਵਿਦ ਯੋਰ ਐਕਸਪੀਰੀਅੰਸ ਮੈਨੂੰ ਗਾਈਡ ਕਰੋ ਕਿ ਮੈਂ ਜਿਹੜੀ ਹੈ ਕਿਸ ਤਰ੍ਹਾਂ ਅਸੀਂ ਆਪਣੇ ਹਸਪੀਟਲ ਨੂੰ ਇੰਪਰੂਵ ਕਰ ਸਕਦੇ ਹਾਂ। ਸਰਕਾਰੀ ਹਸਪਤਾਲਾਂ 'ਚ ਤਾਂ ਕੋਈ ਜਾਣਾ ਨਹੀਂ ਚਾਹੁੰਦਾ। ਦਿਸ ਇਜ਼ ਦੀ ਕੰਡੀਸ਼ਨ, ਐਂਡ ਫॉर ਦਿਸ ਯੂ ਕੈਨ ਨਾਟ ਸਰ ਸਥਿਤੀ ਪੈਦਾ ਕੀ ਹੈ ਜੀ ਪੈਦਾ ਇਸ ਕਰਕੇ ਕੀਤੀ। ਲਾਲਪੁਰਾ ਸਾਹਿਬ, ਸਥਿਤੀ ਜੇ ਸਰਕਾਰੀ ਹਸਪਤਾਲਾਂ 'ਚ ਕੋਈ ਨਹੀਂ ਜਾਣਾ ਚਾਹੁੰਦਾ, ਮੈਂ ਉਹੀ ਗੱਲ ਕਹਿ ਰਿਹਾ ਸੀ, ਜੇ ਕੋਈ ਵਜ਼ੀਰ ਜਾਂ ਪਾਰਲੀਮੈਂਟ ਮੈਂਬਰ, ਅਸੀਂ ਉਹਨਾਂ ਦੀ ਸਿਹਤ ਦੇ ਖਿਲਾਫ ਨਹੀਂ, ਉਹ ਤੰਦਰੁਸਤ ਰਹਿਣੇ ਚਾਹੀਦੇ ਹੈ। ਪਰ ਜੇ ਪਾਰਲੀਮੈਂਟ ਮੈਂਬਰ ਜਾਂ ਮੰਤਰੀ, ਕੋਈ ਮੁੱਖ ਮੰਤਰੀ ਬਿਮਾਰ ਹੁੰਦਾ ਤਾਂ ਦੇਸ਼ ਦੇ ਵੱਡੇ ਤੋਂ ਵੱਡੇ ਹਸਪਤਾਲ 'ਚ ਜਾਂਦਾ ਹੈ। ਸਰਕਾਰੀ ਹਸਪਤਾਲ ਦਾ ਉਹ ਕਹਿੰਦੇ ਇਸ ਵੇਲੇ ਨਾ ਆਕਸੀਜਨ ਹੈ ਨਾ ਵੈਂਟੀਲੇਟਰ ਹੈ। ਡਾਕਟਰ ਗਰਗ ਬੈਠੇ, ਆਪਾਂ ਉਹਨਾਂ ਤੋਂ ਪੁੱਛ ਲਾਂਗੇ ਕਿੰਨੇ ਕੁ ਵੈਂਟੀਲੇਟਰ, ਕਿੰਨੇ ਕੁ ਕੰਮ ਕਰਦੇ ਆ, ਕਿੰਨਾ ਕੁ ਸਿਸਟਮ ਕੰਮ ਕਰਦਾ ਹੈ ਜੀ। 1992 ਤੋਂ 97 ਤੱਕ ਨਾ ਸਰ ਸਰਦੂਲ ਸਿੰਘ ਵੀ ਥੋੜੀ ਦੇਰ ਹੈਲਥ ਮਿਨਿਸਟਰ ਹੈ। ਉਹਨਾਂ ਦਾ ਹੋ ਗਿਆ ਹਰੀਕੇ ਲਾਗੇ ਐਕਸੀਡੈਂਟ, ਤੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ। ਤਕਰੀਬਨ ਮਹੀਨਾ ਰਹਿਣਾ ਸੀ, ਫਿਰ ਉਹਨਾਂ ਨੇ ਕਿਹਾ ਕਿ ਬਦਨਾਮੀ ਬੜੀ ਹੋ ਰਹੀ ਹੈ, ਉਹਨਾਂ ਨੂੰ ਗੁਰੂ ਨਾਨਕ ਹਸਪੀਟਲ ਸ਼ਿਫਟ ਕਰ ਦਿਓ, ਇਲਾਜ ਭਾਵੇਂ ਪ੍ਰਾਈਵੇਟ ਡਾਕਟਰ ਹੀ ਕਰਦੇ ਰਹਿਣ। ਦਿਸ ਇਜ਼ ਦੀ ਗਰਾਊਂਡ ਰਿਐਲਿਟੀ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ। ਕਿਉਂ ਨਹੀਂ ਲੋਕ ਜਿਹੜੇ ਡਾਕਟਰ ਤੁਸੀਂ, ਜੇ ਅਸੀਂ ਡਾਕਟਰ ਜਿਹੜੇ ਆ ਨਾ, ਵੱਡੇ ਡਾਕਟਰ ਵੀ, ਮਾਫ ਕਰਨਾ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ, ਉਹ ਤਾਂ ਪ੍ਰਾਈਵੇਟ ਨਰਸਿੰਗ ਹੋਮ 'ਚ ਕੰਮ ਕਰਦੇ ਆ। ਦੇ ਹੈਵ ਲੋਸਟ ਕ੍ਰੈਡੀਬਿਲਿਟੀ। ਕਿੰਨੇ ਕੁ ਲੋਕ ਜਿਹੜੇ ਆ ਸਰਕਾਰੀ ਹਸਪਤਾਲ 'ਚ ਜਾਂਦੇ ਹੀ ਨਹੀਂ। ਇਹਦਾ ਕਾਰਨ ਇਹ ਹੈ ਕਿ ਜਿਹੜਾ ਮੈਂ ਹੁਣ ਸਮਝਦਾ ਵੀ ਫॉर ਐਵਰੀਥਿੰਗ ਸਟੇਟਾਂ ਦਾ ਹਾਲਤ ਇਹ ਹੈ। ਮੈਂ ਇਹਦੀ ਗੱਲ ਕਰਦਾ, 2009-10 ਦੇ ਵਿੱਚ 100 ਕਰੋੜ ਰੁਪਇਆ ਭਾਰਤ ਸਰਕਾਰ ਨੇ ਦਿੱਤਾ ਡਿਜ਼ਾਸਟਰ ਮੈਨੇਜਮੈਂਟ ਲਈ। ਮੈਂ ਉਦੋਂ ਪੁਲਿਸ ਸਰਵਿਸ ਦੇ ਵਿੱਚ ਸੀਗਾ, ਤੇ ਜਿਹੜਾ ਪੁਲਿਸ ਵੱਲੋਂ ਮੈਂਬਰ ਬਣਨਾ ਸੀ ਉਹ ਮੈਨੂੰ ਬਣਾ ਦਿੱਤਾ ਗਿਆ। ਹੋਮ ਸੈਕਟਰੀ ਸਾਹਿਬ ਦੇ ਦਫ਼ਤਰ 'ਚ ਮੀਟਿੰਗ ਸੀ, ਸਾਰੇ ਅਫਸਰ ਜਿੰਦੇ ਨੇ, ਮੈਂ ਉਹਨਾਂ ਦੇ ਨਾਂ ਲਵਾਂਗਾ ਤਾਂ ਇਟ ਵਿਲ ਬੀ ਸਬਜੈਕਟਿਵ। ਮੈਂ ਸਬਜੈਕਟਿਵ ਨਹੀਂ ਜਾਣਾ ਚਾਹੁੰਦਾ, ਆਬਜੈਕਟਿਵਲੀ ਗੱਲ ਕਰਨਾ ਚਾਹੁੰਦਾ। ਉੱਥੇ ਗੱਲ ਇਹ ਚੱਲੀ ਕਿ ਅਸੀਂ ਜੀ ਇਸ ਤਰ੍ਹਾਂ ਕਰੀਏ ਕਿ ਜਿਹੜਾ ਵੀ IAS ਅਫਸਰ ਉੱਠੇ ਕਹਿਣ ਲੱਗੇ ਇੱਕ ਦਫ਼ਤਰ ਬਣਾ ਲਈਏ ਜੀ ਵਧੀਆ, ਤੇ ਉਸ ਤੋਂ ਬਾਅਦ ਅਸੀਂ ਕਾਰ ਲੈ ਲਈਏ ਜੀ, ਫਿਰ ਜੀ ਅਸੀਂ ਕੰਪਿਊਟਰ ਲੈ ਲਈਏ ਜੀ, ਫਿਰ ਅਸੀਂ ਆਪਣਾ AC ਲੈ ਲਈਏ ਜੀ। ਤਾਂ ਮੇਰੀ ਵਾਰੀ ਆਈ ਬੋਲਣ ਦੀ। ਮੈਂ ਕਿਹਾ ਯਾਰ, ਅਸੀਂ ਸਾਡੇ ਸਾਰਿਆਂ ਕੋਲ ਇਹ ਦਫ਼ਤਰ ਹੈਗੇ ਨੇ ਆਲਰੇਡੀ, ਕੰਪਿਊਟਰ ਵੀ ਸਾਡੇ ਸਾਰਿਆਂ ਦੇ ਦਫ਼ਤਰ 'ਚ ਹੈਗੇ ਨੇ, ਕਾਰਾਂ ਵੀ ਸਾਰਿਆਂ ਕੋਲ ਹੈ। ਤੇ ਅਸਲ ਗੱਲ ਤਾਂ ਇਹ ਦੇਖੋ ਵੀ ਡਿਜ਼ਾਸਟਰ ਪੰਜਾਬ 'ਚ ਹੋਰ ਕਿਸ ਤਰ੍ਹਾਂ ਦਾ ਸਕਦਾ। 3 ਦਰਿਆਵਾਂ 'ਚ ਹੜ੍ਹ ਆ ਸਕਦੇ ਆ। ਉਹ ਜਿਹੜੀਆਂ ਫੈਕਟਰੀਆਂ, ਉਹਨਾਂ ਦੇ ਵਿੱਚ ਗੈਸ ਨਾਲ ਕੁਝ ਲੀਕੇਜ ਹੋ ਕੇ ਨੁਕਸਾਨ ਹੋ ਸਕਦਾ ਹੈ। ਉੱਥੇ ਖੰਨੇ ਲਾਗੇ ਰੇਲ ਐਕਸੀਡੈਂਟ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ। ਮੈਂ ਕਿਹਾ ਰੇਲ ਐਕਸੀਡੈਂਟ ਹੋਇਆ, ਇਹਨਾਂ ਨੂੰ ਕਟਰ ਨਹੀਂ ਸੀ ਸਾਨੂੰ ਲੱਭੇ, ਅਸੀਂ ਉਹਨਾਂ ਬਾਰੇ ਸੋਚੀਏ। ਮੇਰੀ ਇੰਨੇ ਕਹਿਣ ਤੋਂ ਬਾਅਦ ਚਾਹ ਪੀ ਕੇ ਮੀਟਿੰਗ ਖਤਮ ਹੋ ਗਈ। ਨੈਕਸਟ ਮੀਟਿੰਗ ਦੇ ਵਿੱਚ ਮੈਨੂੰ ਨਹੀਂ ਬੁਲਾਇਆ ਗਿਆ, ਤੇ ਮੈਨੂੰ ਨਹੀਂ ਪਤਾ ਲੱਗਾ ਕਿ ਕਿਆ ਦਿਸ ਇਜ਼ ਦਾ ਸਿਸਟਮ ਵਿਚ ਪ੍ਰੀਵੇਲਿੰਗ ਹੀਅਰ। ਓਕੇ, ਆਪਾਂ ਡਾਕਟਰ ਗਰਗ ਤੋਂ, ਆਪਾਂ ਸਹੀ ਗੱਲ ਹੈ, ਆਪਾਂ ਡਾਕਟਰ ਗਰਗ ਗਰਗ ਸਾਹਿਬ ਆਪਾਂ ਗੱਲ ਕਰਦੇ ਹਾਂ ਕਿ ਪੋਲੀਟੀਕਲ ਸਿਸਟਮ 'ਚ ਲੋਕਾਂ ਦੀ ਭਰੋਸੇਯੋਗਤਾ ਉੱਠ ਗਈ ਹੈ, ਪਰ ਦੂਜੇ ਪਾਸੇ ਲਾਲਪੁਰਾ ਸਾਹਿਬ ਕਹਿੰਦੇ ਆ ਕਿ ਬਹੁਤ ਸਾਰੇ ਇਦਾਂ ਦੇ ਸਰਕਾਰੀ ਹਸਪਤਾਲ ਜਿੱਥੇ ਡਾਕਟਰ ਆਪ ਹੀ ਨਹੀਂ ਜਾਂਦੇ, ਸੀਨੀਅਰ ਡਾਕਟਰ ਨਹੀਂ ਵੜਦੇ, ਜਿਹਦੇ ਕਰਕੇ ਜਿਹੜਾ ਉਹ ਹਸਪਤਾਲਾਂ ਤੋਂ ਭਰੋਸੇਯੋਗਤਾ ਉੱਠ ਗਈ ਹੈ ਲੋਕਾਂ ਦੀ। ਬਿਲਕੁਲ ਠੀਕ ਹੈ ਜੀ ਤੁਸੀਂ। ਜਿਹੜੀ ਸਾਡੀ ਸਮੱਸਿਆ ਹੈ ਇਹ ਜਦ ਤੱਕ ਅਸੀਂ ਉਹਨੂੰ ਐਨਾਲਾਈਜ਼ ਨਹੀਂ ਕਰਾਂਗੇ, 92 ਤੋਂ 97 ਤੱਕ ਜਿਹੜਾ ਇਹਨਾਂ ਨੇ ਕਿਹਾ ਹੈ ਲਾਲਪੁਰਾ ਸਾਹਿਬ ਨੇ, ਉਹ ਠੀਕ ਸੀਗਾ, ਪਰ ਇਹਨਾਂ ਨੇ ਆਪ ਹੀ ਜਿਹੜੀ ਉਹ ਹੈਲਥ ਸਿਸਟਮ ਕੁਛ ਸ਼ੁਰੂ ਕਰਤਾ।
ਵੀ ਬਿਲਡਿੰਗਾਂ ਬਣਾ ਦਿਓ, ਫालतू ਬਿਲਡਿੰਗਾਂ ਬਣਾ ਦਿਓ, ਇਹੀ ਜੀ ਪਰਚੇਜ਼ ਕਰ ਦਿਓ ਜਿੱਥੇ ਪੈਸਾ ਬਣਦਾ ਹੈ। ਉਦੋਂ ਕਿਸੇ ਨੇ ਨਹੀਂ ਰੋਕਿਆ। ਪਹਿਲਾਂ ਕਿਹਾ ਅਕਾਲੀ ਸਰਕਾਰ ਆਊਗੀ ਵੀ ਅਸੀਂ ਇਹਨੂੰ ਵਾਈਂਡ ਅਪ ਕਰ ਲਾਂਗੇ, ਨਹੀਂ ਵਾਈਂਡ ਅਪ ਕਰਿਆ। ਅੱਜ ਹਾਲਤ ਇਹ ਹੈ, 10 ਸਾਲ ਲਾਲਪੁਰਾ ਸਾਹਿਬ ਦੀ ਪਾਰਟੀ ਦੇ ਵਜ਼ੀਰ ਆਪਣੇ ਕਮਿਊਨਿਟੀ ਹੈਲਥ ਸੈਂਟਰ 151 ਰੂਰਲ ਏਰੀਆ ਦੇ ਵਿੱਚ, ਉਹਨਾਂ ਦੇ ਵਿੱਚ 4 ਸਪੈਸ਼ਲਿਸਟਾਂ ਦੀਆਂ ਪੋਸਟਾਂ ਮਿਨੀਮਮ ਨੋਰਮ ਹੈ, ਇਹਨਾਂ ਦੀ ਪਾਰਟੀ ਨੇ ਖਤਮ ਕਰੀਆਂ ਵੀ ਸਾਡੇ ਕੋਲ ਹੈ ਨਹੀਂ, ਲਾਉਣੇ ਨਹੀਂ। ਇਹ ਮੈਨੂੰ ਨਹੀਂ ਸਮਝ ਆ ਤੇ ਬਲੇਮ ਕਰਾਂਗੇ ਕੋਈ ਪਾਰਟੀ ਆ ਜੇ, ਜੋ ਬਿਊਰੋਕ੍ਰੇਸੀ ਕਹਿੰਦੇ ਅਸੀਂ ਸੁਣ ਲੈਣਾ, ਇੱਕ ਅੱਧੀ ਗੱਲ ਸਾਨੂੰ ਜਾਂ ਸਾਡੇ ਮਨ 'ਚ ਔੜ ਗਈ, ਜਾਂ ਸਾਨੂੰ ਕੋਈ ਕਿਸੇ ਨੇ ਕਹਿਤਾ, ਜਾਂ ਸਾਡਾ ਆਪਦਾ ਇੰਟਰਸਟ ਹੈ, ਉਹ ਅਸੀਂ ਕਰਕੇ ਮੀਟਿੰਗਾਂ 'ਚ ਫੈਸਲੇ ਕਰਾਉਣੇ ਆ। ਜਿਹੜਾ ਨਾਰਮਲੀ ਆਪਾਂ ਨੂੰ ਇਹ ਚੰਗਾ ਚੱਲਣਾ ਚਾਹੀਦਾ। ਅੱਜ ਵੀ ਇਹਨਾਂ ਨੇ ਕਹਿਤਾ ਵੀ ਹਸਪਤਾਲ 'ਚ ਜਾਣ ਦੀ ਬੜਿਆਂ ਦੀ ਇਹ ਹੈ। ਕਦੇ ਕੋਈ ਦੇਖੋ ਤਾਂ ਸਹੀ ਵੀ ਕੋਵਿਡ ਦੇ ਕਿੰਨੇ ਪੇਸ਼ੈਂਟ ਨੇ ਜਿਹੜੇ ਸਰਕਾਰੀ ਹਸਪਤਾਲਾਂ ਜਾ ਰਹੇ ਨੇ ਤੇ ਕਿੰਨੇ ਨੇ ਜਿਹੜੇ ਪ੍ਰਾਈਵੇਟ ਸੈਕਟਰ 'ਚ ਜਾ ਰਹੇ ਨੇ। ਪੈਸੇ ਲੱਗਦੇ ਨੇ, ਪ੍ਰਾਈਵੇਟ 'ਚ ਕਿੰਨੇ ਲੱਗਦੇ ਨੇ, ਸਰਕਾਰੀ 'ਚੋਂ ਕਿੰਨੇ ਬਚ ਕੇ ਆਉਂਦੇ ਨੇ, ਪ੍ਰਾਈਵੇਟ 'ਚੋਂ ਕਿੰਨੇ ਬਚ ਕੇ ਆਉਂਦੇ ਨੇ। ਆਫਟਰ ਜੇ ਅਸੀਂ ਇੱਦਾਂ ਕੰਪੈਰੀਜ਼ਨ ਇਹਨਾਂ ਨੇ ਬਣ ਕੇ, ਮੈਂ ਕਹਾਂਗਾ ਇਹ ਇੱਕ ਸਾਜ਼ਿਸ਼ ਦੇ ਤਹਿਤ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰ ਨੇ ਬਹਿ ਗਿਆ। ਮੈਂ ਛੋਟਾ ਜਿਹਾ ਗਨਾਣਾ ਤੁਹਾਨੂੰ ਜੀ, ਪੰਜਾਬ ਦੇ ਵਿੱਚ 3 ਸਰਕਾਰੀ ਮੈਡੀਕਲ ਕਾਲਜ ਨੇ। ਡਾਕਟਰ ਸਾਹਿਬ ਮੇਰੀ ਬੇਨਤੀ ਹੈ, ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਪੂਰਾ ਪ੍ਰਬੰਧ ਹੈ। 20-25 ਇਨਸਟੀਟਿਊਟਸ ਨੇ, ICUs ਨੇ ਪਟਿਆਲੇ, 1100 ਅੰਮ੍ਰਿਤਸਰ, 500 ਇੱਥੇ ਫਰੀਦਕੋਟ। ਇਹਨਾਂ 2700 ਬੈੱਡ ਦੇ ਵਿੱਚ ਚਾਹੀਦਾ ਕਿੰਨਾ ਸਾਨੂੰ? 400 ਬੈੱਡ ਚਾਹੀਦਾ ICU ਦਾ, ਜਿੱਥੇ ਵੈਂਟੀਲੇਟਰ ਵਗੈਰਾ ਲਾਉਣਾ। ਇਹ ਕੀ ਔਖਾ ਸੀ? ਅਸੀਂ ਉਹਨੂੰ ਗਾਹਾਂ ਅਸੀਂ ਕਹਿੰਦਾ ਨਹੀਂ ਜੀ ਫਿਰ ਤੁਸੀਂ ਦਾ ਮਤਲਬ ਵੀ ਵੈਂਟੀਲੇਟਰ ਦੇ ਦਿਓ। ਭਾਰਤ ਸਰਕਾਰ ਦੇ ਇਹ ਸਾਰੇ ਲੋਕਾਂ ਦੇ ਉੱਤੇ, ਪੋਲੀਟੀਸ਼ੀਅਨ ਦੇ, ਹੋਰ ਇੱਥੇ ਵੀ ਵੈਂਟੀਲੇਟਰ। ਬਈ ਜਿੱਥੇ ਵੈਂਟੀਲੇਟਰ ਚਾਹੀਦਾ ਹੈ, ਜਿੱਥੇ ਤੁਹਾਨੂੰ ਪੂਰੀ ਸਕਿੱਲ ਹੈ, ਜਿੱਥੇ ਪੂਰਾ ਸਮਾਨ ਹੈ, ਇਕਵਿਪਮੈਂਟ ਹੈ, ਇੰਨੀ ਦੇਰ ਤੋਂ ਚੱਲਦੇ ਨੇ ਵੈਂਟੀਲੇਟਰ ਉੱਥੇ ਤੁਸੀਂ ਲਾਇਆ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਨਾ ਤਾਂ ਆਪਦੀਆਂ ਜਿਹੜੀਆਂ ਕਮੀਆਂ ਸੀ ਉਹਨੂੰ ਦੂਰ ਕਰਿਆ, ਨਾ ਜਿਹਾ ਜਿਹਾ ਕੁਝ ਹੈ ਵੀ ਸੀ ਉਹਨੂੰ ਠੀਕ ਤਰੀਕੇ ਨਾਲ ਵਰਤਿਆ। ਪੰਜਾਬ ਦੇ ਵਿੱਚ ਸਰ 3300 ਬੈੱਡ ਹੈ ਜਿਹੜਾ ਉਹ ਡਿਸਟ੍ਰਿਕਟ ਲੈਵਲ ਦੇ ਹਸਪਤਾਲਾਂ 'ਚ ਹੈ। ਜਲੰਧਰ 400 ਬੈੱਡ ਦਾ ਹਸਪਤਾਲ ਹੈ, ਉੱਥੇ ਵੈਂਟੀਲੇਟਰ ਵੀ ਹੈਗੇ ਨੇ। ਅਸੀਂ ਉਹਨੂੰ ਚਲਾ ਸਕਦੇ ਸੀ ਵਧੀਆ। ਜਿਹਨੂੰ ਆਕਸੀਜਨ ਲੱਗਣੀ ਹੈ, ਸਾਡੇ ਕੋਲ ਜਿਨ੍ਹਾਂ ਨੂੰ ਆਕਸੀਜਨ ਲੱਗਣੀ ਹੈ, ਹੈਲਥ ਮਿਨਿਸਟਰ ਦਾ ਬਿਆਨ ਵੀ 4899 ਕਿ ਕਿੰਨੇ 4900 ਮਰੀਜ਼ ਹੈ ਜਿਹਨੂੰ ਆਕਸੀਜਨ ਲੱਗਣੀ ਹੈ। ਪਰ ਮੈਨੂੰ ਐਂ ਲੱਗਦਾ ਵੀ ਆਕਸੀਜਨ ਲੱਗਣ ਵਾਲੇ ਜੇ ਅਸੀਂ ਕਹੀਏ ਇਹਨਾਂ ਨੇ ਸੀਰੀਅਸ ਜ਼ਿਆਦਾ ਗਿਣਦੇ ਨੇ। ਸਾਡੇ ਕੋਲੇ 600-700-500 ਮਰੀਜ਼ ਵੱਧ ਤੋਂ ਵੱਧ ਸੀਰੀਅਸ ਮਰੀਜ਼ ਹੁੰਦਾ ਹੈ, ਤੇ ਬਾਕੀ ਜੇ ਅਸੀਂ ਦੇਖੀਏ ਜਿਹੜੇ ਐਕਟਿਵ ਮਰੀਜ਼ ਹੈ, ਐਕਟਿਵ ਤਕਰੀਬਨ 60,000 ਹੈ, ਉਹਦੇ ਵਿੱਚੋਂ 6,000 ਟੋਟਲ ਮਰੀਜ਼ ਹੈ ਜਿਹੜਾ ਉਹ ਚਾਹੀਦਾ ਹੁੰਦਾ ਹਸਪਤਾਲ ਕੇਅਰ ਵਾਸਤੇ, ਜਿਹ ਤੋਂ 5,500 ਜਾਂ 5,500 ਲਾ ਲਓ ਉਹ ਹੈ ਜਿਹਨੂੰ ਅਸੀਂ ਹੈਲਥ ਸੈਂਟਰ ਦੇ ਵਿੱਚ, ਤਹਿਸੀਲ ਲੈਵਲ ਦੇ ਹਸਪਤਾਲ 'ਚ, ਡਿਸਟ੍ਰਿਕਟ ਲੈਵਲ ਦੇ ਹਸਪਤਾਲ 'ਚ ਕਰ ਸਕਦੇ ਹਾਂ, ਕਿਉਂਕਿ ਉਹਨੂੰ ਲਾ ਕੇ ਲਾ ਦੇਣੀ ਹੈ। ਇਹ 'ਚ ਕੋਈ ਖਾਸ ਟ੍ਰੇਨਿੰਗ ਦੀ ਲੋੜ ਨਹੀਂ ਹੈ। ਵੈਂਟੀਲੇਟਰ ਨੂੰ ਜ਼ਰੂਰ ਟ੍ਰੇਨਿੰਗ ਚਾਹੀਦੀ ਹੈ। ਸੋ ਨਾ ਤਾਂ ਅਸੀਂ ਜਦ ਅਸੀਂ ਸਰਕਾਰਾਂ ਸੀਗੇ ਉਦੋਂ ਕੁਛ ਕਰਿਆ, ਨਾ ਅਸੀਂ ਹੁਣ ਜਿੰਨਾ ਹੈਗਾ ਉਹਨੂੰ ਠੀਕ ਤਰੀਕੇ ਨਾਲ ਵਰਤ ਰਹੇ ਹਾਂ। ਅਸੀਂ ਤਾਂ ਰੱਜੇ ਨੂੰ ਰੋਟੀ ਖਵਾ ਰਹੇ ਹਾਂ ਤੇ ਭੁੱਖੇ ਨੂੰ ਹੋਰ ਭੁੱਖਾ ਮਾਰ ਰਹੇ ਹਾਂ। ਡਾਕਟਰ ਸਾਹਿਬ ਮੈਂ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਹੈ। ਕਈ ਵਾਰ ਕੀ ਹੈ ਕਿ ਸਰਕਾਰਾਂ, ਜੇ ਹੁਣ ਮੈਂ ਚੰਡੀਗੜ੍ਹ ਡਿਊਟੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਾਂ ਤਾਂ ਇੱਥੇ ਗਵਰਨਰ ਜਿਹੜਾ ਅਜੇ ਐਡਮਿਨਿਸਟ੍ਰੇਟਰ ਹੈਗਾ, ਤਾਂ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਕਿ 48 ਸੈਕਟਰ ਦੇ ਵਿੱਚ ਜਿਹੜਾ ਹੈਗਾ ਇਹਦਾ PJ 32 ਨਾਲ ਰਿਲੇਟਡ ਹੈਗੇ ਹਸਪੀਟਲ ਹੈ, ਉਹ ਕਿੰਨੀ ਦੇਰ ਦਾ ਬਣਿਆ ਹੋਇਆ 48 ਸੈਕਟਰ ਦੇ ਵਿੱਚ ਜਿਹੜਾ ਹਸਪੀਟਲ ਹੈ ਉਹਦਾ ਪੱਠਾ ਬੈਠਿਆ ਪਿਆ। ਹੁਣ ਜਦੋਂ ਕਿ ਕਰੋਨਾ ਦੀ ਪ੍ਰੋਬਲਮ ਆ ਗਈ ਆ ਤਾਂ ਹੁਣ 32 ਵਾਲਾ ਸਟਾਫ ਹੀ ਚੁੱਕ ਕੇ 48 ਦੇ ਵਿੱਚ ਸ਼ਿਫਟ ਕਰਤਾ, ਉੱਥੇ ਇੰਤਜ਼ਾਮ ਕੋਈ ਨਹੀਂ। ਔਰ ਗਵਰਨਰ ਨੇ ਕਹਿਤਾ ਕਿ ਜੀ ਬੈੱਡ ਦੁੱਗਣੇ ਕਰ ਦਿਓ, ਨਰਸਾਂ ਭਰਤੀ ਕਰ ਦਿਓ। ਕਰਨਾ ਕੀ ਨਹੀਂ ਹੈ, ਸਾਡੇ ਵਰਗਿਆਂ ਨੇ ਮੀਡੀਆ ਦੇ ਵਿੱਚ ਉਹਨਾਂ ਦੀ ਵੱਡੀਆਂ ਵੱਡੀਆਂ ਖਬਰਾਂ ਛਾਪਤੀਆਂ ਕਿ ਜੀ ਬੈੱਡ ਦੁੱਗਣੇ ਕੀਤੇ ਜਾ ਰਹੇ ਆ, ਪ੍ਰਬੰਧ ਵਧਾਏ ਜਾ ਰਹੇ ਆ। ਹੇਠਲੇ ਪੱਧਰ ਤੇ ਗਰਾਊਂਡ ਰਿਐਲਿਟੀ ਹੈ ਕਿ 48 ਸੈਕਟਰ ਦਾ ਜਿਹੜਾ ਸਰਕਾਰੀ ਹਸਪਤਾਲ ਸੀਗਾ ਉਹ ਖੰਡਰ ਬਣਿਆ ਪਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਆ ਆਪ ਜੀ ਦੀ ਗੱਲ। 32 ਸੈਕਟਰ ਉੱਥੇ ਸਟਾਫ ਹੈ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਮੇਕ ਸ਼ਿਫਟ ਅਰੇਂਜਮੈਂਟ ਕਰਦੇ ਹਾਂ। ਹੁਣ ਵੀ ਜਿਹੜਾ ਪਹਿਲਾਂ ਅਕਾਲੀਆਂ ਵੇਲੇ ਵੀ, BJP ਵੇਲੇ ਵੀ ਉਹੀ ਐਡਵਾਈਜ਼ਰ ਸੀਗੇ, ਹੁਣ ਵੀ ਉਹੀ ਐਡਵਾਈਜ਼ਰ ਨੇ। ਇਹ ਸਿਆਸਤਦਾਨ ਅੱਗੇ ਹੋ ਕੇ ਲੀਡ ਕਰਨ। ਮਿੱਤਰ ਸਾਹਿਬ ਦੀ ਗੱਲ ਠੀਕ ਹੈ ਵੀ ਅੱਜ ਬਿਮਾਰੀ 'ਚ ਆਮ ਤੌਰ 'ਤੇ ਡਾਕਟਰਾਂ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਲੋਕ, ਉਂਝ ਡਾਕਟਰਾਂ 'ਤੇ ਵੀ ਵਿਸ਼ਵਾਸ ਇਹੋ ਜਿਹਾ ਹੀ ਹੈ, ਤੇ ਪਰ ਬਿਮਾਰੀ 'ਚ ਜ਼ਰੂਰ ਕਰਦੇ ਨੇ। ਦੁਖਾਂਤ ਇਹ ਹੈ ਵੀ ਅੱਜ ਜਿਹੜੀ ਪੋਲੀਟਿਕਸ ਦੇ ਵਿੱਚ ਵਿਸ਼ਵਾਸ ਹੈ ਬਿਲਕੁਲ ਹੀ ਖਤਮ ਹੋ ਗਿਆ। ਉਹ ਪੋਲੀਟਿਕਸ ਦੇ ਵੇਲੇ ਜਿਹੜੀ ਲੋੜ ਆ ਉਹ ਤਾਂ ਵੀ ਨਹੀਂ ਕਰਦੇ, ਉਹ ਜੇ ਵੋਟ ਵੀ ਪਾਉਂਦੇ ਨੇ ਵਿਸ਼ਵਾਸ ਨਾਲ ਨਹੀਂ ਪਾਉਂਦੇ। ਡਾਕਟਰਾਂ ਤੇ ਕ੍ਰਾਈਸਿਸ 'ਚ ਮਰੀਜ਼ ਵਿਸ਼ਵਾਸ ਜ਼ਰੂਰ ਕਰਦਾ, ਇਹ ਸੱਚ ਹੈ। ਡਾਕਟਰਾਂ ਨੇ ਤਾਂ ਇਹਨਾਂ ਨੇ ਪੁੱਛਿਆ ਹੀ ਨਹੀਂ, ਡਾਕਟਰਾਂ ਦੀ ਤਾਂ ਹੈ ਹੀ ਨਹੀਂ ਲਈ। ਜੇ ਹੁਣ ਮੋਦੀ ਸਾਹਿਬ ਜਿਹੜੇ ਨੇ, ਜਦ ਬੰਦਾ ਅਪਮੈਨਸ਼ਿਪ 'ਚ ਲੱਗ ਜੇ,
ਪਹਿਲਾਂ ਤਾਂ ਇਹਨਾਂ ਨੂੰ ਆ ਹੋ ਗਿਆ ਵੀ ਅਸੀਂ ਤਾਂ ਕਹਿੰਦੇ 21 ਦਿਨਾਂ 'ਚ ਖਤਮ ਕਰ ਦਾਂਗੇ, ਜਿਵੇਂ ਮਹਾਭਾਰਤ ਦੀ ਜੰਗ ਖਤਮ ਕਰੀ ਸੀ। ਜੀ ਜੀ ਡਾਕਟਰ ਗਰਗ ਜਿਹੜਾ ਹੈਗਾ, ਤੁਸੀਂ ਬਹੁਤ ਵੱਡੇ ਕਮੈਂਟ ਕੀਤੇ ਹੈਗੇ ਹੈ ਇਸ ਮੁੱਦੇ ਤੇ ਹੀ। ਮੈਂ ਕਾਫੀ ਦੇਰ ਤੋਂ ਇੰਤਜ਼ਾਰ 'ਚ ਫੇਰ ਹੈਗੇ ਨੇ ਡਾਕਟਰ ਮਿੱਤਰਾ ਜੋ ਪ੍ਰਸਥਿਤੀਆਂ ਬਣੀਆਂ ਵੀ ਹੈ, ਜਿੱਦਾਂ ਲਾਲਪੁਰਾ ਸਾਹਿਬ ਨੇ ਕਿਹਾ ਕਿ ਠੀਕ ਹੈ ਕਿ ਆਪਾਂ ਜਿਹੜਾ ਪੋਲੀਟੀਕਲ ਲੀਡਰਸ਼ਿਪ ਉਹਨੂੰ ਤਾਂ ਆਪਾਂ ਬਲੇਮ ਕਰਦੇ ਹਾਂ ਜਾਂ ਉਹਦੇ ਤੇ ਉਂਗਲ ਉਠਾਉਂਦੇ ਹਾਂ, ਪਰ ਪ੍ਰਸ਼ਾਸਕੀ ਪੱਧਰ ਤੇ ਵੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ ਪ੍ਰਸ਼ਾਸਨਿਕ ਪੱਧਰ ਤੇ ਜ਼ਿੰਮੇਵਾਰੀ ਤਾਂ ਬਣਦੀ, ਇਹਦੇ ਬਾਰੇ ਤਾਂ ਕੋਈ ਦੋ ਰਾਏ ਨਹੀਂ। ਲੇਕਿਨ ਪ੍ਰਸ਼ਾਸਨ ਜਿਹੜਾ ਹੈ ਉਹ ਨੀਤੀਆਂ ਨੂੰ ਲਾਗੂ ਕਰਦਾ, ਉਹਦੀ ਜ਼ਿੰਮੇਵਾਰੀ ਇਹ ਹੈ ਕਿ ਜੋ ਨੀਤੀ ਬਣੀ, ਜੇ ਨੀਤੀ 'ਚ ਹੀ ਨੁਕਸ ਹੋਏਗਾ ਫਿਰ ਪ੍ਰਸ਼ਾਸਨ ਉਦੋਂ ਉਹਦੇ 'ਚ ਬੇਈਮਾਨੀ ਹੈ, ਪ੍ਰਸ਼ਾਸਨ 'ਚ ਕਰਪਸ਼ਨ ਹੈ, ਉਹ ਆਪਾਂ ਨੂੰ ਪਤਾ ਹੈ। ਲੇਕਿਨ ਜੇ ਨੀਤੀ ਹੀ ਗਲਤ ਹੋਏ ਫਿਰ ਕੀ ਕਰਾਂ? ਹੁਣ ਤੁਸੀਂ ਲਓ ਕਿ ਹੈਲਥ ਕੇਅਰ ਤੇ ਬਜਟ, ਸਰਕਾਰੀ ਜਿਹੜੇ ਬਜਟ ਨੇ ਉਹ GDP ਦਾ 1.0204 ਇੰਨਾ ਕੁ % ਰਹਿੰਦਾ, ਚਾਹੀਦਾ ਹੈ ਘੱਟੋ ਘੱਟ 5% ਸਰਕਾਰੀ ਜਿਹੜਾ ਹੈ ਹਿੱਸੇਦਾਰੀ ਉਹ ਹੋਏਗੀ, ਤਾਂ ਹੀ ਸਰਕਾਰੀ ਹਸਪਤਾਲਾਂ 'ਚ ਵੈਂਟੀਲੇਟਰ ਵੀ ਆਉਣਗੇ ਤਾਂ ਉਹ ਵੀ ਆਉਣਗੇ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਪਿੱਛੇ ਜੇ ਸਾਲ ਕੇ ਪਹਿਲੇ ਅਬ ਸ਼ਾਇਦ 2 ਸਾਲ ਹੋਣੇ, ਇਹ ਫੈਸਲਾ ਕੀਤਾ ਕਿ ਜਿਹੜੇ ਜ਼ਿਲ੍ਹਾ ਦੇ ਹਸਪਤਾਲ ਨੇ ਨਾ ਉਹਨਾਂ ਨੂੰ ਇਹ ਨਿੱਜੀ ਖੇਤਰ ਨੂੰ ਸੌਂਪ ਦੇਣਗੇ, ਉਹ ਉੱਥੇ ਮੈਡੀਕਲ ਕਾਲਜ ਖੋਲ੍ਹਣਗੇ, ਅੱਧੇ ਮਰੀਜ਼ਾਂ ਨੂੰ ਮੁਫਤ ਦਵਾਵਾਂ ਮਿਲਣਗੀਆਂ, ਅੱਧਿਆਂ ਨੂੰ ਪੇਡ ਇਲਾਜ ਹੋਏਗਾ। ਇਹੋ ਜਿਹੀਆਂ ਗੱਲਾਂ, ਮਤਲਬ ਕਿ ਤੈਅਸ਼ੁਦਾ ਨੀਤੀ ਦੇ ਹਿਸਾਬ ਨਾਲ ਕਾਰਪੋਰੇਟ ਖੇਤਰ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲਿਆਂਦਾ ਗਿਆ। ਇਹ ਉਹਦਾ ਹੀ ਹਸ਼ਰ ਹੈ, ਅੱਜ ਅਸੀਂ ਭੁਗਤ ਰਹੇ ਹਾਂ। ਇਲਾਜ ਕਰਾਉਣ ਜਾਓ, ਜੇ ਕਿਸੇ ਕਾਰਪੋਰੇਟ ਹਸਪਤਾਲ ਦੇ ਤੁਸੀਂ ਜ਼ਿਆਦਾ ਬਿਮਾਰ ਹੋ ਗਏ, ਤੁਹਾਡਾ ਲੱਖਾਂ ਰੁਪਏ ਦਾ ਬਚਤ ਆ ਜਾਏਗਾ। ਉਹਨਾਂ ਦੇ ਆਪਣੇ ਦਲੀਲ ਹੈ ਜੀ, ਸਾਡੇ ਦੇਖੋ ਖਰਚੇ ਕਿੰਨੇ ਨੇ ਇੰਫਰਾਸਟ੍ਰਕਚਰ ਤੇ ਫਲਾਣਾ ਬਣਾ। ਲੇਕਿਨ ਸਰਕਾਰ ਨਾ, ਹੁਣ ਤੇ ਦੇਖੋ ਜੇ ਕੋਈ ਮਰੀਜ਼ ਹੁੰਦਾ ਨਾ ਬਿਮਾਰ, ਉਹ ਸਿੱਧਾ PGI ਨੂੰ ਭਜਦਾ ਜਾਂ ਏਮਸ ਨੂੰ ਭਜਦਾ। ਇਹ ਸਰਕਾਰੀ ਹੈ ਨਾ, ਉਹਨਾਂ ਤੇ ਵਿਸ਼ਵਾਸ ਹੈ ਲੋਕਾਂ ਨੂੰ, ਉੱਥੇ ਇੰਫਰਾਸਟ੍ਰਕਚਰ ਡਿਵੈਲਪ ਹੋਈ ਹੈ। ਲੇਕਿਨ ਉਹ ਚੰਦ ਨੇ ਜ਼ਿਲ੍ਹਾ ਲੈਵਲ ਦੇ ਹਸਪਤਾਲ ਜਿਹੜੇ, ਜਦ ਤੱਕ ਤੁਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕਰਕੇ ਆਧੁਨਿਕੀਕਰਨ ਨਹੀਂ ਕਰਦੇ ਤਾਂ ਇਹ ਮਸਲਾ ਹੱਲ ਨਹੀਂ ਹੋਣਾ। ਦੂਸਰਾ ਹੈ ਕਿ ਜਿਹੜਾ ਸਟਾਫ ਹੁਣ ਬਸ ਇੱਕ ਮੈਂ ਤਾਂ ਬਿਲਕੁਲ ਛੋਟੀ ਜਿਹੀ ਗੱਲ ਨਹੀਂ, ਆ ਜਿਹੜਾ ਕਰੋਨਾ ਵਾਰੀਅਰ ਤੁਸੀਂ ਕਹਿੰਦੇ ਹੋ, ਮੈਂ ਸਮਝਦਾ ਜਿਹੜੇ ਆਂਗਨਵਾੜੀ ਤੇ ਆਸ਼ਾ ਵਰਕਰ ਸਭ ਤੋਂ ਵੱਡੇ ਕਰੋਨਾ ਵਾਰੀਅਰ ਤੇ ਇਹ ਨੇ ਵਿਚਾਰੀਆਂ ਬੀਬੀਆਂ, ਜੋ ਕਿ ਰਹਿੰਦੀਆਂ ਨੇ ਪਿੰਡਾਂ 'ਚ ਕੰਮ ਕਰਦੀਆਂ ਨੇ, ਘਰ ਘਰ ਜਾ ਕੇ। ਸਾਡੇ ਕੋਲ ਤਾਂ ਮਰੀਜ਼ ਨੇ ਆਉਣਾ ਹੈ ਨਾ, ਇਹ ਜਾ ਰਹੀਆਂ ਘਰ। ਇਹ ਹਾਲੇ ਵੀ ਇਰੈਗੂਲਰ ਇੰਪਲਾਈਜ਼ ਨੇ, ਕੋਈ ਇੰਪਲਾਈ ਨਹੀਂ ਹੈਗੇ ਹੈ, ਇਹਨਾਂ ਨੂੰ ਮੁਲਾਜ਼ਮ ਦਾ ਦਰਜਾ ਹੀ ਕੋਈ ਨਹੀਂ। ਤੇ ਜੁਲਾਈ 'ਚ ਪਿਛਲੇ ਸਾਲ ਜਿਹੜਾ ਇਹਨਾਂ ਨੂੰ ਇਨਸੈਂਟਿਵ ਵੀ ਮਿਲਿਆ ਸੀ ਕੋਲ, ਉਹ ਵੀ ਖਤਮ ਕਰ। ਤੁਸੀਂ ਕਿਵੇਂ ਚਲਾਓਗੇ ਸਿਸਟਮ? ਸਾਰੀ ਨੀਤੀ ਹੀ ਗਲਤ ਹੈ। ਇਹ ਨੀਤੀ ਡਾਕਟਰ ਮਿੱਤਰਾ, ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਅੱਗੇ ਜਾਣ ਤੋਂ ਪਹਿਲਾਂ ਬਰੀਫ ਦੇ ਵਿੱਚ, ਉਹ ਇਹ ਹੈ ਕਿ ਜਦੋਂ ਸਰਕਾਰਾਂ ਮੀਡੀਆ ਦੇ ਅੰਦਰ ਪੂਰੇ ਪੇਜਾਂ ਦੇ ਇਸ਼ਤਿਹਾਰ ਦੇਣਗੀਆਂ ਕਿ ਸਾਡਾ ਹੈਲਥ ਸਿਸਟਮ ਬਹੁਤ ਮਜ਼ਬੂਤ ਹੈ, ਅਸੀਂ ਇਹ ਕੀਤਾ, ਅਸੀਂ ਉਹ ਕੀਤਾ, ਔਰ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਰੰਗ ਬਰੰਗੀਆਂ ਲੱਗਣਗੀਆਂ, ਤਾਂ ਜ਼ਮੀਨੀ ਹਕੀਕਤਾਂ ਕੁਝ ਹੋਰ ਹੋਣਗੀਆਂ। ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਮੈਡੀਕਲ ਸਿਸਟਮ ਨੂੰ, ਸਿਹਤ ਸਿਸਟਮ ਨੂੰ ਮਜ਼ਬੂਤ ਨਹੀਂ ਕਰ ਸਕਦੇ। ਇਹ ਜਿਹੜਾ ਪ੍ਰੋਪੇਗੈਂਡਾ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਜ਼ਮੀਨੀ ਹਕੀਕਤਾਂ ਹੋਰ ਹੈ ਪਰ ਰੰਗ ਬਰੰਗੇ ਇਸ਼ਤਿਹਾਰ ਕੁਝ ਹੋਰ ਤਸਵੀਰ ਪੇਸ਼ ਕਰਦੇ ਆ? ਆ ਜਿਹੜਾ ਟੀਕਾਕਰਨ ਦਾ ਸਰਟੀਫਿਕੇਟ ਤੇ ਸਾਡੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੈ, ਦੇਖੋ ਜੀ। ਤੇ ਜਿਹੜੀ ਫਤਿਹ ਕਿੱਟ ਆਂਦੀ ਹੈ, ਇਹਦੇ ਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੈ। ਇਹਦਾ ਮਤਲਬ ਕੀ ਹੈ? ਇਹ ਹੈਲਥ ਕੇਅਰ ਹੈ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੇਅਰ ਹੈ? ਜੇ ਤੇ ਕਹੋ ਜੀ ਉਹ ਸਾਰੇ ਪੈਸੇ ਦੇ ਉਹੀ ਡਾਕਟਰ ਨੇ, ਉਹੀ ਵਿਗਿਆਨਿਕ ਨੇ, ਉਹੀ ਨਹੀਂ, ਫਿਰ ਠੀਕ ਹੈ, ਲਗਾਓ ਜੀ। ਇਹ ਜਿਹੜਾ ਪ੍ਰੋਪੇਗੈਂਡਾ ਸਿਰਫ ਇਹ ਸਿਆਸੀ ਸਟੰਟ ਰਚਦੇ ਨੇ, ਠੀਕ ਹੈ। ਜੇ ਕਿਸੇ ਨੇ ਕੰਮ ਕੀਤਾ ਉਹ ਰਾਜਨੀਤਿਕ ਲਾਹਾ ਲਏ, ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਚ, ਲੇਕਿਨ ਉਹਦਾ ਵੀ ਕੋਈ ਢੰਗ ਤਰੀਕਾ ਹੁੰਦਾ ਹੈ। ਉਹ ਤੁਸੀਂ ਪੋਲੀਟੀਕਲ ਰੈਲੀਆਂ 'ਚ ਬੋਲੋ ਕਿ ਅਸੀਂ ਜੀ ਫਤਿਹ ਕਿੱਟ ਦਿੱਤੀ, ਫਤਿਹ ਕਿੱਟ ਤੇ ਮੁੱਖ ਮੰਤਰੀ ਦੀਆਂ ਫੋਟੋਆਂ ਲਾਉਣ ਦੇ ਜਾਂ ਵੱਡੇ ਇਸ਼ਤਿਹਾਰ ਕਿ 18 ਦਿਨ ਵਾਲੀ ਗੱਲ ਨੇ, 18 ਦਿਨ ਤੇ 21 ਦਿਨ, ਜੀ ਇਹ ਨਹੀਂ ਕਰਨੀ ਚਾਹੀਦੀ। ਥੈਂਕ ਯੂ ਡਾਕਟਰ ਮਿੱਤਰਾ, ਪਰ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀਆਂ ਫੋਟੋਆਂ ਕਿਉਂ ਲੱਗਦੀਆਂ। ਸ਼ਾਇਦ ਸਰਕਾਰਾਂ ਸਮਝਦੀਆਂ ਕਿ ਜੇ ਮਰੀਜ਼ ਪ੍ਰਧਾਨ ਮੰਤਰੀ ਨੂੰ ਦੇਖੇਗਾ ਜਾਂ ਮੁੱਖ ਮੰਤਰੀ ਨੂੰ ਦੇਖੇਗਾ ਤਾਂ ਸ਼ਾਇਦ ਉਹ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕਰੇਗਾ ਕਿ ਮੇਰੇ ਨਾਲ ਖੜਾ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ। ਜੀ ਲਾਲਪੁਰਾ ਸਾਹਿਬ, ਮੈਂ ਇੱਕ ਵੱਖਰਾ ਸਵਾਲ ਸਮੇਂ ਦੇ ਲਿਹਾਜ਼ ਨਾਲ ਲੈਣਾ ਚਾਹੁੰਦਾ। ਉਸ ਮੁੱਦੇ ਤੇ ਆਪਾਂ ਚਰਚਾ ਕਰ ਹੀ ਰਹੇ ਹਾਂ, ਹੋਰ ਬਹੁਤ ਲੰਬੀ ਗੱਲ ਵੀ ਕਿਉਂਕਿ ਬਹੁਤ ਵੱਡੇ ਸਵਾਲ ਹੈ ਹੋ ਸਕਦੀ ਹੈ। ਲਾਲਪੁਰਾ, ਜਿਹੜਾ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਉਹ ਇਹ ਹੈ
ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ, ਦੇਖੋ ਜੇ ਆਪਾਂ ਦਵਾਈਆਂ ਦੀ ਗੱਲ ਕਰ ਲਈਏ, ਆਪਾਂ ਟੀਕੇ ਦੀ ਗੱਲ ਕਰ ਲਈਏ, ਆਪਾਂ ਵੈਂਟੀਲੇਟਰਾਂ ਦੀ ਗੱਲ ਕਰ ਲਈਏ, ਆਕਸੀਜਨ ਦੀ ਗੱਲ ਕਰ ਲਈਏ, ਜਾਂ ਇੱਥੋਂ ਤੱਕ ਕਿ ਜਿਹੜਾ ਮਰੀਜ਼ ਨੂੰ ਕੋਈ ਟੈਕਸੀ ਲੈ ਕੇ ਜਾ ਰਹੀ ਹੈ ਉਹ ਕਿੰਨੇ ਪੈਸੇ ਲੈਂਦੀ ਹੈ, ਇਸ ਪੱਧਰ ਤੇ ਜਿਹੜਾ ਇੱਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਹਾਹਾਕਾਰ ਮੱਚੀ ਹੋਈ ਹੈ, ਅਮਾਨਵੀ ਢੰਗ ਨਾਲ ਜਿਹੜੇ ਲੋਕ ਕਮਾਈਆਂ ਕਰ ਰਹੇ ਹੈ, ਉੱਥੇ ਤਾਂ ਕਿਧਰੇ ਇਹਦੇ ਤੇ ਨੱਥ ਪੈਣੀ ਚਾਹੀਦੀ ਹੈ ਨਾ ਜੀ ਲਾਲਪੁਰਾ ਸਾਹਿਬ। ਬਿਲਕੁਲ ਨੱਥ ਪੈਣੀ ਚਾਹੀਦੀ ਹੈ ਜੀ। ਜਿੱਥੇ ਤੱਕ ਤਾਂ ਆਪ ਜੀ ਨੇ ਵੀ ਗੱਲ ਕੀਤੀ ਹੈ, ਜਦੋਂ ਇਹ ਇੱਕ ਰੌਲਾ ਪਾਤਾ ਜਾਵੇ ਕਿ ਇਹ ਵੈਕਸੀਨੇਸ਼ਨ ਦੀ ਲੋੜ ਨਹੀਂ ਜਾਂ ਇਹ ਯੂਜ਼ਫੁਲ ਹੈ ਵੈਕਸੀਨੇਸ਼ਨ ਨਹੀਂ, ਤਾਂ ਫਿਰ ਪੋਲੀਟੀਸ਼ੀਅਨਸ ਨੂੰ ਅੱਗੇ ਆ ਕੇ ਪ੍ਰਧਾਨ ਮੰਤਰੀ ਜੀ ਨੂੰ, ਸਾਡੇ ਮੰਤਰੀ ਸਾਹਿਬਾਨ ਨੂੰ ਦੱਸਣਾ ਪੈਂਦਾ ਹੈ ਕਿ ਇਹ ਇੰਜੈਕਸ਼ਨ ਵੈਕਸੀਨੇਸ਼ਨ ਮੈਂ ਲੈ ਰਿਹਾ ਤੇ ਤੁਸੀਂ ਬਿਲਕੁਲ ਸੇਫ ਹੈਗੇ ਹੋ, ਇਟ ਇਜ਼ ਨੈਸੈਸਰੀ ਆਲਸੋ। ਲੇਕਿਨ ਜਿਹੜਾ ਦਿੱਲੀ ਤੋਂ ਆਇਆ ਰਾਸ਼ਨ, ਉਹਦੇ ਤੇ ਆਪਣੀ ਸਟੇਟ ਦੀ ਫੋਟੋ ਲਾ ਲਈ ਜਾਵੇ ਤਾਂ ਇੱਕ ਰਾਜਸੀ ਡਰਾਮਾ ਬਣ ਜਾਂਦਾ ਹੈ। ਕਿਸੇ ਲੈਵਲ ਤੇ ਵੀ ਇਹ ਡਰਾਮੇਬਾਜ਼ੀ ਨਹੀਂ ਹੋਣੀ ਚਾਹੀਦੀ। ਮੈਂ ਇਸ ਗੱਲ ਨਾਲ ਸਹਿਮਤ ਹਾਂ ਡਾਕਟਰ ਸਾਹਿਬ ਜੀ ਨਾਲ। ਦੂਜੀ ਗੱਲ ਹੈ ਕਿ ਜਿਹੜੇ ਐਕਸਪਰਟ ਹੈਗੇ ਆ ਉਹਨਾਂ ਨੂੰ ਵੀ ਇੱਕ ਇੰਸਟੀਟਿਊਸ਼ਨ ਬਣਨਾ ਚਾਹੀਦਾ ਹੈ। ਲਾਲ ਬਹਾਦਰ ਸ਼ਾਸਤਰੀ ਜੀ ਦਾ ਡਾਕਟਰ ਸਾਹਿਬ ਨੇ ਨਾਂ ਲਿਆ, ਅਸੀਂ ਵੀ ਕਾਲਜ 'ਚ ਪੜ੍ਹਦੇ ਸੀ, ਉਹਨਾਂ ਕੋਲ ਜਾਂਦੇ ਸੀ, ਅਸੀਂ ਵੀ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਂਦੇ ਸੀ। ਮੈਨੂੰ ਪਤਾ ਕਿ ਮੈਂ ਕਈ ਡਾਕਟਰਾਂ ਦੇ ਨਾਂ ਲੈ ਸਕਦਾ, ਲੇਕਿਨ ਡਾਕਟਰ ਦਲਜੀਤ ਸਿੰਘ ਆਈ ਸਪੈਸ਼ਲਿਸਟ ਨਾਲ ਮੈਨੂੰ ਵਾਹ ਪਿਆ ਸੀ। ਮੈਂ ਸਮਝਦਾ ਉਹ ਮੇਰੇ ਹੀ ਬਿਕੇਮ ਮਾਈ ਫਾਦਰ ਲਾਈਕ ਫਿਗਰ ਪੇਸ਼ੈਂਟ ਹੁੰਦਿਆਂ ਹੋਇਆ, ਔਰ ਉਹਨਾਂ ਨੇ ਮੈਨੂੰ ਜੀਵਨ ਦੇ ਹਰ ਖੇਤਰ 'ਚ ਗਾਈਡ ਕੀਤਾ। ਲੇਕਿਨ ਐਸੇ ਡਾਕਟਰ ਲੱਭਦੇ ਕਿੱਥੇ ਆ? ਹਾਂਜੀ, ਸਾਰਿਆਂ ਨੂੰ ਬਿਲਕੁਲ ਲਾਲਪੁਰਾ ਸਾਹਿਬ ਬਿਲਕੁਲ ਜੀ, ਥੈਂਕ ਯੂ ਲਾਲਪੁਰਾ ਸਾਹਿਬ। ਮੈਂ ਅੱਗੇ ਸਮਾਂ ਵੀ ਨਹੀਂ ਹੈ, ਪਰ ਜਿਹੜਾ ਭ੍ਰਿਸ਼ਟਾਚਾਰ ਹੇਠਲੀ ਪੱਧਰ ਤੇ ਫੈਲਿਆ ਹੈ, ਦਵਾਈਆਂ ਦੁੱਗਣੇ ਚੌਗਣੇ ਭਾਅ ਤੇ ਵਿਕ ਰਹੀਆਂ, ਟੀਕੇ ਬਲੈਕ ਜਾ ਰਹੇ ਹੈ, ਆਕਸੀਜਨ ਜਿਹੜੀ ਕਿ ਕਈ ਥਾਵਾਂ ਤੇ ਸਰਕਾਰ ਨੇ ਇਕੱਠੀ ਕਰ ਲਈ ਹੈ ਔਰ ਲੋਕਾਂ ਨੂੰ ਹੇਠਲੇ ਪੱਧਰ ਤੇ ਡਿਸਟ੍ਰਿਕਟ ਜਾਂ ਜੇ ਆਪਾਂ ਗੱਲ ਕਰੀਏ ਕਸਬਿਆਂ ਦੇ ਪੱਧਰ ਤੇ ਮਿਲ ਨਹੀਂ ਰਹੀ। ਇੱਥੇ ਤਾਂ ਸਿਸਟਮ ਠੀਕ ਕਰਨ ਲਈ ਸਰਕਾਰ ਨੂੰ ਦਖਲ ਦੇਣਾ ਪਏਗਾ, ਚਾਹੇ ਕੇਂਦਰ ਹੈ ਚਾਹੇ ਸੂਬੇ ਹੈ। ਸੰਖੇਪ ਚ ਲਾਲਪੁਰਾ ਸਾਹਿਬ ਪਲੀਜ਼। ਬਿਲਕੁਲ ਦਖਲ ਦੇਣਾ ਚਾਹੀਦਾ। ਮੈਂ ਇਹ ਗੱਲ ਸਮਝਦਾ ਕੇਂਦਰ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਸਟੇਟਾਂ ਨੂੰ ਵੀ ਚਾਹੀਦਾ ਹੈ ਕਿ ਉਸੇ ਤਰ੍ਹਾਂ ਆਪ ਅੱਗੇ ਆਉਣ ਔਰ ਜਿੱਥੇ ਵੀ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਹੈ ਉਹਨੂੰ ਖਤਮ ਕਰਨ, ਆਮ ਆਦਮੀ ਦੀ ਹੈਲਪ ਲਈ ਸਾਹਮਣੇ ਕੰਮ ਕਰਦੇ ਨਜ਼ਰ ਆਉਣ। ਥੈਂਕ ਯੂ ਸਰ, ਬਿਲਕੁਲ ਥੈਂਕ ਯੂ ਸਰ, ਥੈਂਕ ਯੂ ਸਰ। ਡਾਕਟਰ ਗਰਗ, ਆਪਾਂ ਇਸ ਮੁੱਦੇ ਤੇ ਕਾਫੀ ਸਵਾਲ ਲਏ ਹੈ, ਪਰ ਦਰਸ਼ਕ ਇੱਕ ਸਵਾਲ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹਣਗੇ। ਆਪਾਂ ਸਰਕਾਰਾਂ ਦੀ ਗੱਲ ਕਰ ਲਈ ਹੈ, ਸਿਸਟਮ ਕਲੈਪਸ ਹੋਇਆ ਜਿਸ ਤਰੀਕੇ ਨਾਲ, ਉਹਦੀ ਆਪਾਂ ਚਰਚਾ ਕੀਤੀ ਹੈ। ਡਾਕਟਰ ਸਾਹਿਬ, ਮੈਂ ਸਵਾਲ ਦਰਸ਼ਕਾਂ ਲਈ ਲੈਣਾ ਚਾਹੁੰਦਾ ਹਾਂ ਕਿ ਘੱਟੋ ਘੱਟ ਕੋਈ ਇਸ ਤਰ੍ਹਾਂ ਦੀ ਵੀ ਇੱਕ ਮੈਸੇਜ ਜਾਣਾ ਚਾਹੀਦਾ ਸਾਡੀ ਡਿਬੇਟ ਦਾ ਕਿ ਆਖਰ ਜਿਹੜਾ ਇੱਕ ਮਰੀਜ਼ ਹੈ ਜਾਂ ਇੱਕ ਸਧਾਰਨ ਜਿਹੜੇ ਲੋਕ ਹੈ ਇਸ ਬਿਮਾਰੀ ਤੋਂ ਕਿਵੇਂ ਬਚਣਾ। ਸੰਖੇਪ ਚ ਡਾਕਟਰ ਗਰਗ ਮੈਂ ਸੁਨੇਹਾ ਲੈਣਾ ਚਾਹਾਂਗਾ ਤੁਹਾਡੇ ਕੋਲ। ਦੇਖੋ, ਬੜਾ ਸਿੱਧੂ ਸਾਹਿਬ, ਇੱਕ ਤਾਂ ਗੱਲ ਇਹ ਹੈ ਵੀ ਜਿਹੜਾ ਅਸੀਂ ਕਹਿਣਾ, ਜਿਹੜਾ ਰੌਲਾ ਪਾਉਂਦੇ ਵੀ ਮਾਸਕ ਨਾ ਪਹਿਨੋ, ਫਲਾਣਾ ਨਾ ਕਰੋ, ਮਾਸਕ ਪਹਿਨ ਕੇ ਰੱਖਣਾ, ਦੂਰੀ ਰੱਖਣੀ ਜ਼ਰੂਰੀ ਹੈ। ਇਹ ਦੋ ਗੱਲਾਂ ਤਾਂ ਜ਼ਰੂਰੀ ਨੇ, ਹੱਥ ਧੋਣੇ। ਇਸ ਤੋਂ ਅੱਗੇ ਜਿਹਨੂੰ ਹੋ ਜੇ, ਚਾਹੇ ਉਹਨੂੰ ਜ਼ੁਕਾਮ, ਖੰਘ ਤੇ ਗਲਾ ਖਰਾਬ, ਬੁਖਾਰ ਹੈ ਜਾਂ ਸਾਹ ਔਖਾ ਆਉਂਦਾ ਹੈ, ਉਹ ਟੈਸਟ ਤੁਰੰਤ ਕਰਾ ਲੈਣਾ ਚਾਹੀਦਾ ਹੈ। ਜਿਹਨੂੰ ਇਹ ਤਕਲੀਫਾਂ ਹੈਗੀਆਂ ਨੇ, ਜੇ ਉਹਦੀ ਉਮਰ 50 ਸਾਲ ਤੋਂ ਘੱਟ ਹੈ, ਕੋਈ ਹੋਰ ਬਿਮਾਰੀ ਨਹੀਂ, ਤੇ ਉਹਦਾ ਟੈਂਪਰੇਚਰ ਜਿਹੜਾ 101 ਤੋਂ ਨਹੀਂ ਵੱਧਦਾ, ਤੇ ਜੇ ਲੋੜ ਹੋਵੇ ਤਾਂ ਪੈਰਾਸੀਟਾਮੋਲ ਲਈ ਜਾ ਸਕਦੇ, 101 ਤੋਂ ਵਧੇ ਨਹੀਂ ਤਾਂ ਸੈਟਲ ਹੋ ਸਕਦਾ ਹੈ। ਆਕਸੀਜਨ ਮੀਟਰ ਜਾਂ ਆਕਸੀਮੀਟਰ ਹੋਵੇ ਤਾਂ ਮਿਲ ਲਓ, ਤੇ ਆਕਸੀਜਨ ਜ਼ਰੂਰ 95 ਤੱਕ ਰਹਿਣੀ ਚਾਹੀਦੀ ਹੈ। ਕਿਸੇ ਹਸਪਤਾਲ 'ਚ ਜਾਣ ਦੀ ਲੋੜ ਨਹੀਂ, ਕੋਈ ਦਵਾਈ ਨਹੀਂ, ਆਪੇ ਬੰਦਾ ਠੀਕ ਹੁੰਦਾ। ਮੈਂ ਠੀਕ ਹੋ ਕੇ ਆਇਆ, ਮੈਨੂੰ ਕੋਈ ਦਵਾਈ ਨਹੀਂ ਦਿੱਤੀ ਪੀਜੀਆਈ ਨੇ, ਮੈਂ ਸਿਰਫ ਆਕਸੀਜਨ ਵਾਸਤੇ ਉੱਥੇ ਗਿਆ ਸੀ। ਦੂਜੀ ਗੱਲ ਮੈਂ ਇਹ ਕਹਾਂਗਾ ਵੀ ਜਿਹੜਾ ਮਰੀਜ਼, ਤੁਹਾਡੀ ਕਮਾਲ ਤਾਂ ਇਹ ਹੈ ਕਿ ਤੁਸੀਂ ਤਾਂ 50 ਸਾਲ ਤੋਂ ਉੱਪਰ ਹੋ, ਤਦ ਵੀ ਆਪਣੇ ਆਪ ਠੀਕ ਹੋ ਗਏ ਹੋ। ਹਾਂਜੀ, 73 ਸਾਲ ਦੀ ਉਮਰ ਹੈ ਮੇਰੀ, ਤੇ ਹਾਰਟ ਅਟੈਕ ਵੀ ਹੋਇਆ ਸੀ ਮੈਨੂੰ 22 ਸਾਲ। ਤੁਸੀਂ ਤੇ ਜਵਾਨ ਹੋ, 50 ਸਾਲ ਦੇ ਬਰਾਬਰ ਹੋਏ ਦਾ ਮਤਲਬ ਇਤਨਾ ਸਾਹ ਵੀ ਹੋਏ ਨੇ। ਤੇ ਇਸ ਕਰਕੇ ਜਿਹੜੀ ਇਹ ਜਿਹੜਾ ਬੰਦੇ ਦਾ ਮਨ, ਇੱਕ ਤਾਂ ਮਨ ਉੱਚਾ ਰੱਖੇ, ਹੌਸਲਾ ਰੱਖੇ। ਇਹ ਨਹੀਂ ਵੀ ਕੋਵਿਡ ਹੋ ਗਏ ਤਾਂ ਮਰ ਗਏ। ਇਹ ਜਿਹੜਾ ਸਭ ਤੋਂ ਵੱਡੀ ਲੋੜ ਹੈ ਕਿ ਉੱਚਾ ਰੱਖਣਾ, ਇੱਕ ਦੂਜੇ ਦੇ ਘਰ ਦੇ ਬੰਦੇ ਕੋਆਪਰੇਟ ਕਰਨ। ਉਸ ਤੋਂ ਬਾਅਦ ਜੇ ਆਕਸੀਜਨ 90 ਤੇ 92 ਦੇ ਵਿੱਚ ਹੋਵੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਹਸਪਤਾਲ ਚਲੇ ਹੀ ਜਾਵੇ, ਤੇ ਜੇ 90 ਤੋਂ ਘੱਟ ਜਾਵੇ ਫਿਰ ਤਾਂ ਜਾਣਾ ਹੀ ਆ ਪੱਕਾ ਹੀ ਹਸਪਤਾਲ, ਤੇ ਆਪਣੇ ਡਾਕਟਰ ਦੀ ਤਾਂ ਰਾਏ ਲਵੇ। ਜੇ ਬੁਖਾਰ 102, 101 ਤੋਂ 2, ਬਲਕਿ ਬੁਖਾਰ ਕਹਿ ਲਓ 100 ਤੋਂ ਉੱਪਰੀ, ਜੇ 4-5 ਦਿਨ ਰਹੇ ਤਾਂ ਐਕਸਰੇ ਜ਼ਰੂਰ ਕਰਾ ਕੇ ਦੇਖੇ ਛਾਤੀ ਦਾ। ਜੇ ਛਾਤੀ 'ਚ ਕੋਈ ਨੁਕਸ ਤਾਂ ਵੀ ਹਸਪਤਾਲ ਜਾਵੇ। ਸੋ ਆਹ 2-3 ਗੱਲਾਂ ਨੇ ਜਿਨ੍ਹਾਂ ਦੇ ਨਾਲ ਜਿਹੜੀ ਡੈਥ ਰੇਟ ਵੀ ਘੱਟ ਸਕਦੀ ਹੈ, ਰਿਕਵਰੀ ਰੇਟ ਵੱਧ ਸਕਦਾ ਹੈ, ਖਰਚੇ ਵੀ ਘੱਟ ਸਕਦੇ ਨੇ, ਹਸਪਤਾਲ ਤੇ ਬਰਡਨ ਵੀ ਘੱਟ ਸਕਦਾ ਹੈ। ਹਫੜਾ ਦਫੜੀ ਚ ਨਾ ਪਵੇ, ਮਨ ਨੂੰ ਉੱਚਾ ਰੱਖੇ ਵੀ ਕੋਈ ਗੱਲ ਨਹੀਂ।
ਲਾਸਟ ਕਮੈਂਟ ਇਸੇ ਮੁੱਦੇ ਦੇ ਉੱਤੇ ਕਿ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਕਿਸ ਤਰ੍ਹਾਂ ਇੱਕ ਮਰੀਜ਼ ਨੂੰ ਜਾਂ ਸਧਾਰਨ ਆਦਮੀ ਨੂੰ ਇਸ ਬਿਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ। ਮੇਰੀ ਜਾਣਕਾਰੀ ਮੁਤਾਬਕ ਤੁਸੀਂ ਵੀ 2 ਵਾਰ ਕਰੋਨਾ ਦਾ ਜਿਹੜਾ ਟਾਕਰਾ ਕਰ ਚੁੱਕੇ ਹੋ। ਜੀ ਡਾਕਟਰ ਮਿੱਤਰਾ, ਉਹ ਬਿਲਕੁਲ ਠੀਕ ਹੈ। ਸਾਨੂੰ ਉਹੀ ਤਰੀਕੇ ਅਪਣਾਉਣੇ ਚਾਹੀਦੇ ਨੇ। ਸਾਵਧਾਨੀ, ਹੌਸਲਾ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਬੰਦਾ ਬਿਮਾਰ ਹੁੰਦਾ, ਹੁਣ ਮੈਂ ਵੀ 17 ਦਾ ਹੋਣ ਵਾਲਾ, ਥੋੜਾ ਜਿਹਾ ਛੋਟਾ ਮੈਂ ਤੋਂ 2-3 ਸਾਲ, ਤੇ ਨੈਚੁਰਲੀ ਇਹ ਫਿਕਰ ਵੀ ਹੋ ਜਾਂਦੀ ਹੈ ਕਿ ਵੀ ਹੁਣ ਅਸੀਂ ਵੱਡੀ ਉਮਰ ਦੇ ਹੋ ਗਏ ਹਾਂ, ਖਤਰਾ ਵੀ ਹੈ। ਪਰ ਚਲੋ ਠੀਕ ਹੈ, ਹੁਣ ਇੱਕ ਡਾਕਟਰ ਤਾਂ ਵੈਸੇ ਹੀ ਚਲੋ ਹੈਲਥ ਵਰਕਰ ਨਾਲ ਸਾਡਾ ਪ੍ਰੋਫੈਸ਼ਨਲ ਹੈਜ਼ਰਡ ਵੀ ਹੈ, ਉਹ ਕੋਈ ਇਸ਼ੂ ਨਹੀਂ ਹੈ। ਲੇਕਿਨ ਇਹ ਹੈ ਕਿ ਹੌਸਲਾ ਬੜੀ ਜ਼ਰੂਰੀ ਚੀਜ਼। ਦਿਲ ਨਾ ਛੱਡੇ ਬੰਦਾ, ਮਜ਼ਬੂਤੀ ਨਾਲ ਲੜੇ, ਉਹਦੇ ਨਾਲ ਇਮਿਊਨਿਟੀ ਵੀ ਵੱਧਦੀ ਹੈ। ਜੇ ਦਿਲ ਛੱਡ ਦੇਵੇ ਨਾ, ਆਪਾਂ ਉਂਝ ਹੀ ਕਹਿੰਦੇ ਇਹ ਤੇ ਇੱਕ ਆਮ ਕਹਾਵਤ ਹੈ ਵੀ ਦਿਲ ਨਾ ਛੱਡੀ ਭਰਾਵਾ, ਆਮ ਕਹਿੰਦੇ ਆਪਾਂ, ਆਮ ਕਹਾਵਤ ਹੈ, ਉਹ ਨਾ ਛੱਡੋ। ਇੱਕ ਜਿਹੜੀ ਗੱਲ ਇਸ ਤੋਂ ਹਟ ਕੇ ਥੋੜੀ ਜਿਹੀ ਮੈਂ ਕਹਿਣੀ ਚਾਹਾਂਗਾ, ਜੇ ਤੁਸੀਂ ਮੈਨੂੰ ਅੱਧਾ ਮਿੰਟ ਦੇ ਦਿਓ ਹੋਰ। ਕੱਲ ਬਿਲ ਗੇਟਸ ਦਾ ਬਿਆਨ ਲੱਗਿਆ ਕਿ ਡਿਵੈਲਪਿੰਗ ਕੰਟਰੀਜ਼ ਨੂੰ ਸਾਨੂੰ ਵੈਕਸੀਨੇਸ਼ਨ ਦੀ ਟੈਕਨੋਲੋਜੀ ਦੇਣ ਦੀ ਲੋੜ ਨਹੀਂ। ਇਹ ਬੜਾ ਡੇਂਜਰਸ ਬਿਆਨ ਹੈ। ਉਹ ਵਪਾਰੀ ਆਦਮੀ ਹੈ, ਅਸੀਂ ਵੀ ਉਹਨੂੰ ਇੱਥੇ ਬੜਾ ਚੱਕਿਆ। ਸਾਡੇ ਪ੍ਰਧਾਨ ਮੰਤਰੀ ਵੀ ਉਹਦੇ ਮੀਟਿੰਗਾਂ 'ਚ ਆਪ ਤੁਰ ਕੇ ਗਏ। ਉਹ ਬੜਾ ਸਾਨੂੰ ਦੁੱਖ ਹੋਇਆ ਇਸ ਵੇਲੇ। ਇਹਦੇ ਤੋਂ ਸਿੱਟਾ ਕੀ ਹੈ ਕਿ ਸਾਡੇ ਕੋਲ ਜਨਤਕ ਖੇਤਰ ਦੇ ਵਿੱਚ ਵੈਕਸੀਨ ਬਣਾਉਣ ਦੇ ਕਾਰਖਾਨੇ ਲੱਗੇ ਹੋਏ ਸੀ, ਉਹ ਬੰਦ ਕਰ ਦਿੱਤੇ ਗਏ ਪਿਛਲੀ ਸਰਕਾਰ ਦੇ ਵੇਲੇ। ਤੇ ਇਸ ਸਰਕਾਰ ਨੇ ਤੇ ਜੋ ਮਾੜਾ ਮੋਟਾ ਦਵਾਈਆਂ ਸਰਕਾਰੀ ਖੇਤਰ ਸੀ, ਉਹ ਸਾਰਾ ਕੁਝ ਹੀ ਬੰਦ ਕਰਤਾ। ਇਹ ਸਾਨੂੰ ਖੋਲ੍ਹਣੇ ਚਾਹੀਦੇ ਨੇ। ਉਹਦੇ ਨਾਲ ਇੱਕਦਮ ਕੋਈ 2-4 ਦਿਨ 'ਚ ਨਹੀਂ ਰਿਜ਼ਲਟ ਆਏਗਾ, ਪਰ ਲੰਮੇ ਸਮੇਂ 'ਚ ਆਪਣੀ ਖੋਜਬੀਨ ਕਰਕੇ ਅਸੀਂ ਆਪਣੇ ਕਾਰਖਾਨਿਆਂ ਤੋਂ, ਜਿਵੇਂ ਆਪਣੇ ਇੱਥੇ ਕਸੌਲੀ 'ਚ ਹੈ ਨਾ, ਇੱਥੇ ਵੈਕਸੀਨ ਰਿਸਰਚ ਇੰਸਟੀਚਿਊਟ, ਉਹ ਜਿਹਾ ਨੂੰ ਡਿਵੈਲਪ ਕਰੀਏ ਦੁਬਾਰਾ, ਕਈ ਸਾਰੇ ਲਾਈਏ, ਫਿਰ ਸਾਨੂੰ ਵੈਕਸੀਨ ਸਸਤੀ ਵੀ ਮਿਲੇਗੀ। ਮੈਨੂੰ ਯਾਦ ਹੈ ਅਸੀਂ 10-10 ਪੈਸੇ ਦੇ ਟੀਕੇ ਲਾਉਂਦੇ ਰਹੇ ਇਹਦੇ ਟਾਈਫਾਈਡ ਦੇ। ਉਹ ਮਤਲਬ ਟੀਕਾ ਹੋਰ ਟਾਈਪ ਦਾ ਹੁੰਦਾ ਸੀ ਉਦੋਂ। ਅੱਜ ਜਦੋਂ ਹੜ੍ਹ ਆਇਆ 76 'ਚ ਅੰਮ੍ਰਿਤਸਰ ਪੱਟੀ ਏਰੀਆ 'ਚ, ਮੈਂ ਤੇ ਮੇਰੇ ਨਾਲ ਹੋਰ ਕੀ ਡਾਕਟਰ, ਅਸੀਂ ਆਪਣੇ ਸਿਰ 'ਤੇ ਦਵਾਈਆਂ ਚੱਕ ਕੇ ਤੇ ਹੜ੍ਹ 'ਚ ਜਾ ਕੇ ਕਲਗੱਡਾ ਪੱਟੀ ਤਰਨਤਾਰਨ ਸਾਰੀ ਏਰੀਆ ਜਾ ਕੇ ਸਾਰੇ ਆਪਣੇ ਪਿੰਡਾਂ 'ਚ ਟੀਕੇ ਲਾਏ ਨੇ। ਤੇ ਹੁਣ ਤੁਸੀਂ ਉਹ ਟੀਕਾ 250 ਰੁਪਏ ਦਾ ਕਿਵੇਂ ਜਾ ਕੇ ਮੈਂ ਲਾਵਾਂਗਾ ਉੱਥੇ, ਜੇ ਮੈਂ ਚਾਹਾਂ ਵੀ। ਇਹ ਸਰਕਾਰ ਨੂੰ ਉਹ ਡਿਵੈਲਪ ਕਰਨੇ ਚਾਹੀਦੇ ਨੇ ਆਪਣੇ ਇੰਸਟੀਚਿਊਟਸ। ਇਹ ਜੋ ਪ੍ਰਾਈਵੇਟ ਖੇਤਰ ਨੂੰ ਸਾਰਾ ਕੁਝ ਦੇ ਕੇ, ਭਾਵੇਂ ਸੀਰਮ ਇੰਸਟੀਚਿਊਟ ਹੈ ਇਹਦਾ ਪੂਨਾ ਵਾਲੇ ਦਾ ਜਾਂ ਕੋਈ ਵੀ ਹੈ, ਇਹਨਾਂ ਤੇ ਟੇਕ ਨਹੀਂ ਲਾਣੀ ਚਾਹੀਦੀ। ਉਹ ਤੇ ਹੁਣ ਮੁਨਾਫਾਖੋਰੀ ਪੈ ਗਿਆ, ਆਪ ਹੀ ਕਹਿ ਰਿਹਾ। ਚਲੋ ਮੈਂ ਨਹੀਂ ਗੱਲ ਕਰੀ। ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਜਿੱਥੋਂ ਤੱਕ ਸਵਾਲ ਹੈ, ਕੌਮੀ ਪੱਧਰ ਤੇ ਕਰੋਨਾ ਮਹਾਮਾਰੀ ਦੇਸ਼ ਲਈ ਬਹੁਤ ਵੱਡਾ ਸੰਕਟ ਜ਼ਰੂਰ ਹੈ, ਪਰ ਸਾਡੇ ਮਹਿਮਾਨਾਂ ਦੀ ਰਾਏ ਹੈ, ਚਾਹੇ ਕੇਂਦਰ ਸਰਕਾਰ ਆ, ਸੂਬਿਆਂ ਦੀਆਂ ਸਰਕਾਰਾਂ ਹੈ, ਰਲ ਕੇ ਟਾਕਰਾ ਕਰਨਾ ਚਾਹੀਦਾ ਹੈ। ਬਲੇਮ ਗੇਮ ਚੋਂ ਕੋਈ ਵੀ ਨਤੀਜਾ ਨਿਕਲਣ ਵਾਲਾ ਨਹੀਂ। ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ। ਜਿੱਥੋਂ ਤੱਕ ਆਮ ਵਿਅਕਤੀ ਦਾ ਸੰਬੰਧ ਹੈ, ਜੇ ਕੋਈ ਇਹੋ ਜਿਹਾ ਮੌਕਾ ਆਉਂਦਾ ਵੀ ਹੈ ਤਾਂ ਉਸ ਨੂੰ ਹੌਸਲੇ ਨਾਲ ਇਸ ਬਿਮਾਰੀ ਦਾ ਟਾਕਰਾ ਕਰਨਾ ਚਾਹੀਦਾ। ਪੰਜਾਬੀ ਜੀ ਨੂੰ ਕਹਿੰਦੇ ਦਿਲ ਨਹੀਂ ਛੱਡਣਾ ਚਾਹੀਦਾ। ਕਰੋਨਾ ਦੀ ਬਿਮਾਰੀ ਨੂੰ ਅਸੀਂ ਜ਼ਰੂਰ ਜਿੱਤਾਂਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ, ਡਾਕਟਰ ਮਿੱਤਰਾ, ਡਾਕਟਰ ਗਾਰਗ, ਲਾਲਪਰਾਜ ਦਾ ਧੰਨਵਾਦੀ ਹਾਂ ਤੇ ਤੁਹਾਡੇ ਕੋਲੋਂ ਲਵਾਂਗਾ ਇਸ ਦੇ ਨਾਲ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।